ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਨ ਹਿਰਦੈ ਨਿਤ ਧਿਆਨ ਸ੍ਰੀ ਗੁਰੂ ਰਾਮਦਾਸ ਗੁਣ ਗਾਉ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸਕ ਸ੍ਰੀ ਹਰਿ ਗੋਬਿੰਦ ਸੁਮਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ ਦੋਹਰਾ ਭੀਮ ਚੰਦ ਆਦਿਕ ਸਭ ਰਾਜੇ ਮਿਲਿਓ ਨਾ ਗੁਰ ਸਮ ਕਰੈ ਕੋ ਕਾਜੇ ਗੁਰ ਮਾਇਆ ਸੋ ਪ੍ਰੇਨਨ ਕਰੇ ਤੁਰਕ ਸ਼ਰਨ ਪਹੁੰਚਣ ਚਿਤ ਧਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਜਦੋਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸੇ ਦਾ ਜਾਹੋ ਜਲਾਲ ਫੈਲਣ ਲੱਗਿਆ, ਖਾਲਸਾ ਦਿਨ ਦੁੱਗਣੀ ਰਾਤ ਚੌਗਣੀ ਵਧਣਾ ਫੁੱਲਣਾ ਸ਼ੁਰੂ ਹੋਇਆ ਔਰ ਖਾਲਸੇ ਤੋਂ ਡਰਦੇ ਹੋਏ ਗੁਰੂ ਪਿਆਰਿਓ ਰਾਜੇ ਭੀਮ ਚੰਦ ਵਰਗੇ ਪਹਾੜੀਏ ਚਿੰਤਾ ਤੁਰ ਹੋਏ ਤੇ ਆਪਸ ਵਿੱਚ ਸਲਾਹਾਂ ਕਰਦੇ ਹਨ ਕਿ ਜੇ ਅਸੀਂ ਅੱਜ ਗੁਰੂ ਗੋਬਿੰਦ ਸਿੰਘ ਨੂੰ ਜਾਂ ਸਿੰਘਾਂ ਨੂੰ ਨਾ ਦਬਾਇਆ ਤਾਂ ਫਿਰ ਆਉਣ ਵਾਲੇ ਸਮੇਂ ਵਿੱਚ ਸਾਡਾ ਰਾਜ ਖਤਮ ਹੋ ਜਾਣਾ ਹੈ। ਕਿਉਂ ਨਾ ਆਪਾਂ ਸੈਂਟਰ ਸਰਕਾਰ ਦੀ ਭਾਵ ਔਰੰਗਜ਼ੇਬ ਦੀ ਰੱਖਿਆ ਲਈਏ, ਮਦਦ ਲਈਏ ਔਰ ਉਹਨੂੰ ਵੀ ਕਹੀਏ ਕਿ ਜੇ ਤੂੰ ਇਹਨਾਂ ਨੂੰ ਹੁਣ ਅਨੰਦਪੁਰ ਸਾਹਿਬ 'ਚੋਂ ਨਾ ਕੱਢਿਆ ਤੇ ਤੇਰੇ ਵੀ ਰਾਜ ਨੂੰ ਖਤਰਾ ਹੈ। ਜੇ ਉਹ ਆਪਾਂ ਨੂੰ ਮਦਦ ਦੇ ਦੇਵੇ ਤੇ ਆਪਾਂ ਇਹਨਾਂ ਨੂੰ ਅਨੰਦਪੁਰ ਸਾਹਿਬ ਤੋਂ ਸਦਾ ਸਦਾ ਲਈ ਕੱਢ ਸਕਦੇ ਹਾਂ। ਇਹ ਸਲਾਹਾਂ ਬਣਾਉਂਦੇ ਹੋਏ ਭੀਮ ਚੰਦ ਵਰਗੇ ਹੁਣ ਸਾਰੇ ਰਾਜੇ ਇਕੱਠੇ ਹੁੰਦੇ ਹੈ ਤੇ ਫਿਰ ਦਿੱਲੀ ਸੈਂਟਰ ਸਰਕਾਰ ਦੇ ਕੋਲ ਜਾਂਦੇ ਹਨ। ਉੱਥੋਂ ਕੀ ਇਹਨਾਂ ਨੂੰ ਜਵਾਬ ਮਿਲਦਾ ਜਾਂ ਕੀ ਅੱਗੇ ਕਾਰਵਾਈ ਕਰਦੇ ਨੇ, ਇਹ ਵਿਚਾਰਾ ਹੁਣ ਆਪਾਂ ਆਰੰਭ ਕਰਕੇ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਭੀਮ ਚੰਦ ਆਦਿਕ ਸਭ ਰਾਜੇ ਮਿਲਿਓ ਨਾ ਗੁਰ ਸਮ ਕਰੈ ਕੋ ਕਾਜੇ। ਹੁਣ ਭੀਮ ਚੰਦ ਰਾਜੇ ਅਤੇ ਹੋਰ ਉਹਦੇ ਸਾਥੀ ਸਾਰੇ ਹੀ ਗੁਰੂ ਜੀ ਵਾਂਗ ਨਾ ਮਿਲੇ ਤੇ ਉਹ ਪੁੱਠੇ ਕਾਰਜ ਕਰਦੇ ਰਹੇ। ਗੁਰੂ ਸਾਹਿਬ ਚਾਹੁੰਦੇ ਸੀ ਕਿ ਸਾਡੇ ਨਾਲ ਰਲ ਜਾਣ ਤਾਂ ਅਸੀਂ ਭਾਰਤ ਦੇਸ਼ ਦੇ ਲੋਕਾਂ ਤੋਂ ਗੁਲਾਮੀ ਦਾ ਜੂਲਾ ਮੁਗਲਾਂ ਦਾ ਲਾਹ ਦਈਏ, ਪਰ ਤੁਰਕਾਂ ਆਪਣਾ ਪਹਾੜੀ ਰਾਜਿਆਂ ਨੇ, ਹਿੰਦੂ ਰਾਜਿਆਂ ਨੇ ਸੋਚਿਆ ਕਿ ਜੇ ਅਸੀਂ ਸੈਂਟਰ ਸਰਕਾਰ ਨੂੰ ਛੱਡ ਦਿੱਤਾ ਤੇ ਗੁਰੂ ਦਾ ਕੀ ਹੈ।
ਇਹਦੇ ਕੋਲੇ ਕਿਹੜਾ ਕੋਈ ਰਾਜ ਭਾਗ ਹੈ। ਅਸੀਂ ਤਾਂ ਸੈਂਟਰ ਨਾਲ ਜੁੜੇ ਰਹੀਏ, ਨਾਲੇ ਆਪਣਾ ਧਰਮ ਵੀ ਨਹੀਂ ਛੱਡਾਂਗੇ, ਬੋਦੀ ਧੋਤੀ ਆਦਿ ਪਹਿਨ ਕੇ ਰੱਖਾਂਗੇ। ਇਹ ਪਾਤਸ਼ਾਹ ਨਾਲ ਨਾ ਜੁੜੇ ਤੇ ਪੁੱਠੀਆਂ ਸਿੱਧੀਆਂ ਸੋਚਾਂ ਦੜਾਉਣ ਲੱਗੇ ਜੀ। ਗੁਰ ਮਾਇਆ ਸੋ ਪ੍ਰੇਰਣ ਕਰੇ, ਤੁਰਕ ਸਰਨ ਪਹੁੰਚਣ ਚਿਤ ਧਰੇ। ਹੁਣ ਮਾਨੋ ਇਹ ਵੀ ਗੁਰੂ ਦੀ ਮਾਇਆ ਪੈ ਗਈ ਹੈ ਇਹਨਾਂ ਤੇ, ਪਾਈ ਹੋਈ ਪਰਮੇਸ਼ਰ ਦੀ ਮਾਇਆ। ਉਸ ਮਾਇਆ ਦਾ ਸਦਕਾ ਇਹ ਗੁਰੂ ਨਾਲੋਂ ਟੁੱਟ ਕੇ ਤੁਰਕਾਂ ਦੀ ਸ਼ਰਨ ਵੀ ਜਾਣ ਦੀ ਸਲਾਹ ਕਰਨ ਲੱਗੇ ਜੀ। ਨਿਤ ਪੁਕਾਰ ਪ੍ਰਜਾ ਕੀ ਸੁਣੈ, ਮਿਲ ਮਿਲ ਰਾਜੇ ਜਤਨਨ ਗੁਣਾ। ਹੁਣ ਜਦੋਂ ਇਹਨਾਂ ਦੇ ਕੋਲ ਪਹਾੜੀ ਲੋਕਾਂ ਦੀਆਂ, ਇਹਨਾਂ ਦੀ ਪ੍ਰਜਾ ਦੀਆਂ ਪੁਕਾਰਾਂ ਜਾਣ ਲੱਗੀਆਂ ਜੀ, ਸਿੰਘ ਸਾਡਾ ਘਾਹ ਪਾਣੀ ਵੱਢ ਕੇ ਲੈ ਜਾਂਦੇ ਆ ਖੇਤਾਂ ਵਿੱਚੋਂ, ਸਿੰਘ ਸਾਡਾ ਨੁਕਸਾਨ ਕਰਦੇ ਆ, ਸਿੰਘ ਇੱਦਾਂ ਕਰਦੇ ਆ, ਸਿੰਘ ਉੱਦਾਂ ਕਰਦੇ ਆ, ਇਹਨਾਂ ਨੂੰ ਰੋਕਿਆ ਜਾਵੇ। ਭੀਮ ਚੰਦ ਹੋਰਿਆਂ ਕੋਲ ਰੋਜ਼ਾਨਾ ਪਹਾੜੀ ਲੋਕਾਂ ਦੀਆਂ, ਜਨਤਾ ਦੀਆਂ ਸ਼ਿਕਾਇਤਾਂ ਜਦੋਂ ਜਾਣ ਲੱਗੀਆਂ ਜੀ। ਦਿੱਲੀ ਚਲਹਿ ਕਰਹਿ ਹਵਾਲ, ਸੁਣ ਕਰ ਸੂਬਾ ਰਸਾ ਵਿਸਾਲ। ਤੇ ਸਲਾਹ ਕਰਦੇ ਆ ਕਿਉਂ ਨਾ ਆਪਾਂ ਦਿੱਲੀ ਚੱਲੀਏ ਤੇ ਦਿੱਲੀ ਦੇ ਰਾਜੇ ਨੂੰ ਜਾ ਕੇ ਦੱਸਣਾ ਕਰੀਏ। ਔਰ ਅਗਰ ਉਹ ਗੁੱਸੇ 'ਚ ਆ ਗਿਆ, ਇੱਕ ਉਮਰਾਵ ਪੈੜ ਖਾਂ ਮਾਰਾ, ਦੀਨ ਬੇਗ ਘਲ ਕਰ ਡਾਰਾਂ। ਔਰ ਨਾਲੇ ਜਾ ਕੇ ਦੇਖੀਏ, ਦੱਸੋ ਜੀ ਤੁਹਾਡਾ ਜਿਹੜਾ ਜਰਨੈਲ ਪੈਂਡੇ ਖਾਂ ਬੜਾ ਤਕੜਾ ਸੀ, ਉਹ ਮਾਰ ਦਿੱਤਾ ਗੁਰੂ ਨੇ, ਤੇ ਦੂਜੇ ਜਰਨੈਲ ਨੂੰ ਜ਼ਖਮੀ ਕਰ ਦਿੱਤਾ ਹੈ ਜੀ। ਸੈਨਾ ਦੀਰਘ ਮਾਰ ਪਲਾਈ, ਕਿਮ ਹਮਰੋ ਦਲ ਠਹਿਰ ਸਕਾਈ। ਔਰ ਜਾ ਕੇ ਦਸੀਏ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖਾਂ ਵਿੱਚ ਬੜੀ ਤਾਕਤ ਹੈ, ਉਹਨਾਂ ਨੇ ਤਾਂ ਤੁਹਾਡੀ 10,000 ਫੌਜ ਦੀਆਂ ਭਾਜੜਾਂ ਪਾ ਦਿੱਤੀਆਂ, ਅਸੀਂ ਪਹਾੜੀਏ ਉਹਨਾਂ ਦੇ ਸਾਹਮਣੇ ਕਿਵੇਂ ਟਿਕ ਸਕਦੇ ਹਾਂ। ਸਾਹੋ ਚਲਡਿਓ ਗਾਂ ਦਗਨ ਬਿਖੈ, ਇਹ ਸੂਬਾ ਸਗਰੀ ਬੇਦ ਲਿਖੈ। ਔਰ ਸਲਾਹਾਂ ਕਰਦੇ ਹਨ ਕਿ ਬਾਦਸ਼ਾਹ ਔਰੰਗਜ਼ੇਬ ਦੱਖਣ ਵੱਲ ਗਿਆ ਹੈ, ਔਰ ਉਹਦਾ ਸੂਬੇਦਾਰ ਸਾਰੀ ਚਿੱਠੀ ਲਿਖ ਕੇ ਦੱਖਣ ਵੱਲ ਭੇਜ ਦੇਵੇਗਾ। ਹਮ ਵੀ ਆਪਣੇ ਸਚੇਚ ਪਠਾਵ ਹੈ, ਗੁਰ ਜਬਰੀ ਕੋ ਸਰਬ ਸੁਣਾਵ ਹੈ। ਔਰ ਸਾਰੇ ਭੀਮ ਚੰਦ ਵਰਗੇ ਕਹਿਲੂਰੀਏ ਰਾਜੇ ਸਲਾਹਾਂ ਕਰਦੇ ਹਨ ਕਿ ਆਪਾਂ ਵੀ ਸੂਬੇਦਾਰ ਦੇ ਕੋਲ ਆਪਣੇ ਵਜ਼ੀਰ, ਆਪਣੇ ਸੂਈਏ ਜਸੂਸ ਵਕੀਲ ਭੇਜਣਾ ਕਰੀਏ ਜੀ। ਰਿਸ ਹੈ ਸਾਹੋ ਸੁਣ ਧੂਮ ਵਿਸਾਲਾ, ਪੁਨ ਲਸਕਰ ਭੇਜੈ ਤੋ ਜਾਲਾ। ਔਰ ਜਦੋਂ ਬਾਦਸ਼ਾਹ ਔਰੰਗਜ਼ੇਬ ਗੁੱਸੇ ਵਿੱਚ ਆ ਜਾਵੇਗਾ, ਗੁਰੂ ਗੋਬਿੰਦ ਸਿੰਘ ਜੀ ਦੇ ਪਰਥਾਏ ਜਾ ਕੇ ਦੱਸਣਾ ਕਰੀਏ, ਤਾਂ ਉਹ ਬਹੁਤ ਸਾਰੀ ਫੌਜ ਚੜਾ ਦੇਵੇਗਾ। ਤਬ ਆਨੰਦਪੁਰ ਕੋ ਸ਼ੁਰਵਾਏ, ਗੁਰ ਕੋ ਹਤੈ ਕੇ ਦੇਹ ਪਲਾਏ। ਫੇਰ ਅਸੀਂ ਗੁਰੂ ਦੇ ਕੋਲੋਂ ਆਨੰਦਪੁਰ ਛਡਾ ਲਵਾਂਗੇ, ਚਾਹੇ ਗੁਰੂ ਆਨੰਦਪੁਰ ਛੱਡ ਕੇ ਭੱਜ ਜਾਵੇ ਤੇ ਚਾਹੇ ਅਸੀਂ ਉਹਨਾਂ ਨੂੰ ਮਾਰ ਲਈਏ, ਫਿਰ ਅਸੀਂ ਸੁਖੀ ਵਸ ਸਕਦੇ ਹਾਂ। ਤਬ ਠਹਿਰ ਹੋਂਗੋ ਰਾਜ ਹਮਾਰਾ, ਇਸ ਪ੍ਰਕਾਰ ਗਿਰ ਪਤਨ ਵਿਚਾਰਾ। ਇਉਂ ਪਹਾੜੀਏ ਰਾਜੇ ਸਲਾਹਾਂ ਕਰਦੇ ਐ ਤਾਂ ਸਾਡਾ ਰਾਜ ਕਾਇਮ ਰਹਿ ਸਕਦਾ ਹੈ। ਭਏ ਤਿਆਰ ਦਿੱਲੀ ਕਹੁ ਜਾਣੇ, ਲਈਓ ਪਾਏ ਨ ਮੂਲ ਬਹਾਨੇ। ਔਰ ਇਸ ਤਰ੍ਹਾਂ ਗੁਰੂ ਪਿਆਰਿਓ, ਦਿੱਲੀ ਦੇ ਸੂਬੇਦਾਰ ਨੂੰ ਮਿਲਣ ਲਈ ਇਹਨਾਂ ਨੇ ਤਿਆਰੀ ਕੀਤੀ ਹੈ, ਔਰ ਬਹੁਤ ਸਾਰੀ ਭੇਟਾਂ ਵੀ ਨਾਲ ਲੈਣੀ ਕੀਤੇ ਜੇ। ਇਸ ਬਿਦ ਦੁਖ ਤੇ ਮੰਤਰ ਕੋ, ਕਰਤ ਮਿਲਤ ਗਿਰ ਰਾਜ। ਤਾਂ ਗੁਰੂ ਪਿਆਰਿਓ, ਭੀਮ ਚੰਦ ਵਰਗੇ ਇਸ ਤਰ੍ਹਾਂ ਗਿਰਰਾਜ ਪਹਾੜੀ ਰਾਜੇ ਸਲਾਹਾਂ ਕਰਦੇ ਹਨ। ਤਬ ਹੰਡੂਰੀਏ ਸੁਨ ਸਕਲ, ਕਰਨ ਪੁਕਾਰ ਕੁਕਾਜ। ਔਰ ਹੁਣ ਹੰਡੂਰੀਆ ਰਾਜਾ ਵੀ ਗੁਰੂ ਪਿਆਰਿਓ ਇਸ ਦੇ ਨਾਲ ਰਲ ਗਿਆ ਹੈ, ਇਸ ਕੁਕਾਜ ਖੋਟੇ ਕੰਮ ਦੇ ਵਿੱਚ। ਛੜ ਕਰ ਆਏ ਮਿਲਿਓ ਤਹ ਕਾਲ, ਭਾਖੇ ਮੁਖ ਤੇ ਸਭ ਅਹਵਾਲ। ਔਰ ਭੀਮ ਚੰਦ ਹੰਡੂਰੀਆ ਰਾਜਾ ਇਹ ਕੁਝ ਮਿਲ ਕਰਕੇ ਪਹੁੰਚ ਗਏ ਦਿੱਲੀ,
ਤੇ ਦਿੱਲੀ ਜਾ ਕਰਕੇ ਔਰੰਗਜ਼ੇਬ ਦੇ ਸੂਬੇਦਾਰ ਨੂੰ ਸਾਰਾ ਹਾਲਤ ਦੱਸਣ ਲੱਗੇ ਜੀ। ਗੁਰ ਤੇ ਤਰਾਸ ਭਇਓ ਸਭ ਰਾਜੇ, ਲੂਟ ਕੂਟ ਕਰ ਲੀਨ ਕੋ ਕਾਜੇ। ਔਰ ਜਾ ਕੇ ਕਹਿੰਦੇ ਜੀ ਸਾਨੂੰ ਬਹੁਤ ਕੁੱਟਿਆ ਮਾਰਿਆ ਹੈ ਗੁਰੂ ਗੋਬਿੰਦ ਸਿੰਘ ਨੇ, ਔਰ ਸਾਨੂੰ ਲੁੱਟਿਆ ਹੈ, ਬੜੇ ਪੁੱਠੇ ਕੰਮ ਕਰਦਾ ਹੈ, ਅਸੀਂ ਬੜੇ ਦੁਖੀ ਹੋ ਗਏ ਆ। ਕਹਿੰਦੇ ਏਕ ਹੋਏ ਕਰ ਸੈਣ ਸਕੇਲੇ, 3 ਲੱਖ ਗਿਣਤੀ ਹੋਏ ਮੇਲੇ। ਦੇਖੋ ਇੱਧਰ ਗੁਰੂ ਕੀਆਂ ਫੌਜਾਂ ਸੈਂਕੜਿਆਂ ਦੇ ਵਿੱਚ ਹੈ ਜਾਂ ਹਜ਼ਾਰਾਂ ਦੇ ਵਿੱਚ ਹੈ, ਤੇ ਉਥੋਂ ਫੌਜ ਚੜਾਉਂਦੀ ਹੈ ਲੱਖਾਂ ਦੀ ਗਿਣਤੀ ਵਿੱਚ। ਕਹਿੰਦੇ ਤੁਸੀਂ ਐਦਾਂ ਕਰੋ, ਘੱਟੋ ਘੱਟ 3 ਲੱਖ ਫੌਜ ਚੜਾ ਕੇ ਭੇਜੋ, ਸਾਥੋਂ ਥੋੜੀ ਫੌਜ ਤੋਂ ਵਸ ਵਿੱਚ ਕਾਬੂ ਵਿੱਚ ਨਹੀਂ ਆਉਂਦਾ ਜੀ। ਕਹਾਂ ਗੁਰੂ ਢਿਗ ਸਿੰਘ ਅਕੇਤ, ਜਿਸ ਤੇ ਰਹਿ ਮਵਾਸ ਗਹਿ ਟੇਕ। ਔਰ ਗੁਰੂ ਦੇ ਕੋਲ ਇੰਨੀ ਫੌਜ ਨਹੀਂ ਹੈ, ਬਸ ਇਹ ਕਿਲੇ ਕਰਕੇ ਆਕੀ ਹੋਇਆ ਬੈਠਾ, ਕਿਲਾ ਤਕੜਾ ਹੈ ਉਸ ਦੇ ਕੋਲ। ਇਸ ਕਰਕੇ ਉਹ ਮਵਾਸ ਭਾਵ ਕਿਲੇ ਦੇ ਵਿੱਚ ਆਕੀ ਹੋ ਗਿਆ ਹੈ, ਉਹ ਸਾਡੇ ਕਾਬੂ ਵਿੱਚ ਨਹੀਂ ਆਉਂਦਾ। ਤੁਸੀਂ ਘੱਟੋ ਘੱਟ 3 ਲੱਖ ਫੌਜ ਜਿਹੜੀ ਹੈ ਸਾਨੂੰ ਦੇਣੀ ਕਰੋ ਜੀ। ਘੇਰ ਹੈ ਚਾਹੋ ਦਿਸ ਤੇ ਕਾਰ ਡੇਰੇ, ਨਹਿ ਅੰਤਰ ਕੁਛ ਜਮਾ ਕਨੇਰੇ। ਔਰ ਸੂਬੇਦਾਰ ਨਾਲ ਸਲਾਹਾਂ ਕਰਦੇ ਐ, ਅਸੀਂ ਅਨੰਦਪੁਰ ਸਾਹਿਬ ਨੂੰ 4 ਛਪੇਰਿਓਂ ਘੇਰਾ ਪਾ ਲਵਾਂਗੇ, ਉਹਨਾਂ ਦੇ ਅੰਦਰ ਬਹੁਤਾ ਕੁਝ ਖਾਣ ਪੀਣ ਦਾ ਰਾਸ਼ਨ ਪਾਣੀ ਵੀ ਨਹੀਂ, ਤੇ ਬਾਹਰੋਂ ਅਸੀਂ ਹੋਰ ਜਾਣ ਨਹੀਂ ਦੇਣਾ ਜੀ। ਕੇਤਕ ਦਿਨ ਮੈਂ ਵਹਿਰ ਨਿਕਾਰ ਹੈ, ਨਾਹੇ ਤਾਂ ਹੇਲ ਕਾਲ ਗੱਡ ਮਾਰ ਹੈ। ਔਰ ਥੋੜੇ ਦਿਨਾਂ ਵਿੱਚ ਹੀ ਕਹਿੰਦੇ ਭੁੱਖੇ ਮਰਦੇ ਬਾਹਰ ਆ ਜਾਣਗੇ, ਜੇ ਨਾ ਆਏ ਤੇ ਹਮਲਾ ਕਰਕੇ ਕਿਲੇ ਦੇ ਵਿੱਚ ਹੀ ਮਾਰ ਦੇਾਂਗੇ। ਜੇ ਐਸੇ ਹੀ ਕੁਛ ਬਣ ਜਾਏ, ਰਹਿ ਮਵਾਸ ਮਾਰ ਨਾ ਖਾਏ। ਔਰ ਜੇ ਇਸ ਤਰ੍ਹਾਂ ਹੀ ਕੁਝ ਬਣ ਜਾਵੇ, ਆਕੀ ਰਹੇ ਤੇ ਮਾਰ ਨਾ ਖਾਵੇ ਤਾਂ ਤੋ ਹਜ਼ਰਤ ਕੇ ਪਾਸ ਪਧਾਰਨ, ਜਥਾ ਜੋਗ ਹਵੈ ਕਰੋ ਵਿਚਾਰਨ। ਫਿਰ ਔਰੰਗਜ਼ੇਬ ਦੇ ਨਾਲ ਸਲਾਹ ਕਰਾਂਗੇ, ਜਥਾ ਜੋਗ ਜੋ ਕਰਨਾ ਚਾਹੀਏ ਉਸ ਤੇ ਵਿਚਾਰ ਵੀ ਕਰ ਲਵਾਂਗੇ। ਤ੍ਰਿਪਤ ਭਾਈ ਨਹਿ ਲਰ ਕਰ ਕਬਹੂ, ਬਿਨਾ ਲਰੇ ਕਰ ਗਮਨ ਹੋ ਅਬਹੂ। ਅਸੀਂ ਕਦੇ ਵੀ ਲੜ ਕੇ ਰੱਜੇ ਨਹੀਂ ਹਾਂ, ਲੜਾਈ ਕਰਨ ਤੋਂ ਬਗੈਰ ਬਾਦਸ਼ਾਹ ਪਾਸ ਜਾਣਾ ਚਾਹੁੰਦੇ ਹੋ, ਇਸ ਕਰਕੇ ਆਪਾਂ ਇਕੱਠੇ ਹੋ ਕੇ ਚਲੀਏ ਜੀ। ਰਾਮ ਸੈਂਕੜੇ ਗੁਜਰ ਬਾਸਾ, ਲਰਬੇ ਵਿਖੈ ਬਲੀ ਬਿਨ ਤਰਾਸਾ। ਔਰ ਪਿੰਡਾਂ ਦੇ ਗੁੱਜਰ ਵਸਦੇ ਹਨ, ਉਹ ਬਿਨਾਂ ਡਰ ਦੇ ਲੜਨ ਵਾਸਤੇ ਤਿਆਰ ਹਨ। ਤਥਾ ਗ੍ਰਾਮ ਰੰਗਰ ਵਸ ਘਣੇ, ਸਭ ਕੋ ਗੁਰਦਲ ਦੇ ਦੁਖ ਹਣੇ। ਕਹਿੰਦੇ ਗੁੱਜਰ ਤੇ ਰੰਗੜ ਸਾਰੇ ਹੀ ਗੁਰੂ ਕੀਆਂ ਸਿੰਘਾਂ ਤੋਂ ਦੁਖੀ ਹਨ, ਆਪਾਂ ਇਹਨਾਂ ਨੂੰ ਵੀ ਨਾਲ ਰਲਾ ਲਵਾਂਗੇ। ਤਿੰਨ ਸਾਬਿਨ ਕੋ ਲਿਹੋ ਬੁਲਾਈ, ਹੋਏ ਹਜ਼ਾਰ ਹੋ ਮਿਲੇ ਏਕ ਥਾਈ। ਇਸ ਤਰ੍ਹਾਂ ਪਿੰਡਾਂ ਦੀ ਛੇੜ ਇਕੱਠੀ ਕਰ ਲਵਾਂਗੇ, ਗੁੱਜਰਾਂ ਰੰਗੜਾਂ ਨੂੰ ਇਕੱਠੇ ਕਰ ਲਵਾਂਗੇ, ਉਹਨਾਂ ਨੂੰ ਵੀ ਗੁਰੂ ਕੀਆਂ ਸਿੰਘਾਂ ਨੇ ਕਈ ਵਾਰੀ ਮਾਰਿਆ, ਉਹ ਵੀ ਰਲ ਜਾਣਗੇ, ਤੇ ਫਿਰ ਗੁਰੂ ਦੇ ਉੱਤੇ ਚੜ੍ਹਾਈ ਕਰਾਂਗੇ। ਸੈਣ ਸਮੇਤ ਕਚੋਟ ਹੰਕਾਰ ਹੋ, ਜੰਮੂ ਤੇ ਬੁਲਾਏ ਸਤਕਾਰ ਹੋ। ਔਰ ਕਟੌਚੀਆ ਕਿਰਪਾਲ ਕਟੌਚੀਆ ਜੰਮੂ ਦਾ ਜਿਹੜਾ ਰਾਜਾ ਹੈ, ਇਹ 22 ਧਾਰ ਦੇ 22 ਰਾਜੇ ਹਨ। ਜਿਹੜਾ ਕਿਰਪਾਲ ਕਟੌਚੀਆ ਜੰਮੂ ਦਾ ਰਾਜਾ ਹੈ, ਉਹਨੂੰ ਵੀ ਕਹੀਏ ਵੀ ਤੇਰੀ ਫੌਜ ਲੈ ਕੇ ਆ। ਨੂਰਪੁਰੇ ਕੋ ਰਾਜਾ ਆਵ ਹੈ, ਮੰਡਸਪਤੀ ਕੋ ਝੱਟੀ ਧਾਵ ਹੈ। ਨੂਰਪੁਰ ਦੇ ਰਾਜੇ ਨੂੰ ਸੱਦੀਏ, ਮੰਡੀ ਦੇ ਰਾਜੇ ਨੂੰ ਸੱਦੀਏ, ਭਟੰਤੀ ਨੂੰ। ਕੂਲ ਕੈਠਲ ਭੂਲ ਗੁਲੇਰੀ, ਆਏ ਦੜੇਰਨ ਪਤ ਚੰਦੇਰੀ। ਔਰ ਕੁੱਲੂ ਦਾ ਰਾਜਾ, ਕੈਂਥਲ ਦਾ ਰਾਜਾ, ਗੁਲੇਰੀਆ ਰਾਜਾ, ਦੜੇਲਣ ਦਾ ਰਾਜਾ, ਚੰਦੌਰੀ ਜਿਹੜਾ ਹੈ, ਇਹਨਾਂ ਸਾਰਿਆਂ ਨੂੰ ਇਕੱਠੇ ਕਰੀਏ। ਜਿੰਨੀ ਫੌਜ ਇਹਨਾਂ ਕੋਲ ਹੈ ਸਾਰੀ ਲੈ ਕਰਕੇ ਆਪਾਂ ਇੱਕ ਵਾਰੀ ਹਮਲਾ ਕਰਕੇ ਦੇਖੀਏ ਗੁਰੂ ਸਾਹਿਬ ਤੇ। ਸ਼੍ਰੀਨਗਰ ਤੇ ਚਮੂ ਬਿਸਾਲਾ, ਨਿਰਪ ਬਿਸਹਰ ਤੇ ਸੁਭਾਟ ਕਰਾਲਾ। ਔਰ ਸ਼੍ਰੀਨਗਰ ਵਾਲੇ ਰਾਜੇ ਕੋਲ ਵੀ ਕਾਫੀ ਫੌਜ ਹੈ,
ਰਾਮਪੁਰ ਬਿਸ਼ੀਅਰ ਦੇ ਰਾਜੇ ਕੋਲ ਵੀ ਕਾਫੀ ਫੌਜ ਹੈ। ਸੈਣ ਸੈਤ ਡਡਵਾਰੀ ਆਵ ਹੈ, ਸਭ ਸੋ ਲਿਖੋ ਕੇ ਭੂਪ ਬੁਲਾਵ ਹੈ। ਔਰ ਇਹ ਭੀਮ ਚੰਦ ਕਹਿ ਰਿਹਾ ਸਾਰੇ ਰਾਜਿਆਂ ਦਾ ਮੁਖੀ ਹੈ ਇਹ ਪਹਾੜੀ ਇਲਾਕੇ 'ਚ। ਕਹਿੰਦਾ ਸਾਰੇ ਰਾਜਿਆਂ ਨੂੰ ਚਿੱਠੀਆਂ ਲਿਖ ਦਿਓ ਬਈ ਤੁਹਾਨੂੰ ਰਾਜਾ ਬੁਲਾ ਰਿਹਾ ਹੈ ਜੀ। ਜੋ ਇਸ ਸਮੇਂ ਨ ਮਿਲ ਹੈ ਆਈ, ਸੋ ਸਭ ਕੋ ਦੁਸ਼ਮਣ ਬਣ ਜਾਈ। ਤੇ ਜਿਹੜਾ ਪਹਾੜੀਆ ਰਾਜਾ ਸਾਡੇ ਨਾਲ ਇਸ ਵੇਲੇ ਜੰਗ ਦੇ ਵਿੱਚ ਨਾ ਰਲਿਆ ਉਹਨੂੰ ਵੀ ਆਪਣਾ ਦੁਸ਼ਮਣ ਸਮਝੋ। ਕਰ ਉਦਯੋਗ ਪ੍ਰਥਮ ਤੂੰ ਆਪ, ਪੁਣ ਸਭ ਮਿਲੈ ਬਿਲੋਕ ਪ੍ਰਤਾਪ। ਇਉਂ ਭੀਮ ਚੰਦ ਜਿਹੜਾ ਰਾਜਾ ਹੈ ਇਹ ਹੰਡੂਰੀਏ ਰਾਜੇ ਨੂੰ ਸਲਾਹ ਦਿੰਦਾ ਹੈ ਕਿ ਪਹਿਲਾਂ ਤੂੰ ਤਿਆਰੀ ਕਰ ਤੇ ਫਿਰ ਸਾਰਿਆਂ ਨੂੰ ਇਕੱਠੇ ਕਰ। ਏਮ ਹੰਡੂਰੀਏ ਮਸਲਤ ਦੀਨੀ, ਭੀਮ ਚੰਦ ਚਿਤ ਵੈ ਚਿਤ ਦੀਨੀ। ਹੰਡੂਰੀਏ ਤੇ ਭੀਮ ਚੰਦ ਨੇ ਇਉਂ ਸਲਾਹ ਕੀਤੀ ਹੈ। ਹੁਣ ਇਹ ਭੀਮ ਚੰਦ ਸੋਚਣ ਲੱਗਿਆ ਹੈ ਜੀ। ਸੁਨ ਭਰਾਤਾ ਕਹਿ ਨੀਕੀ ਬਾਤ, ਅਬ ਲੋ ਹਮ ਨਾ ਲਰੇ ਭਲ ਜਾਤ। ਔਰ ਭੀਮ ਚੰਦ ਕਹਿੰਦਾ ਗੱਲ ਤੇਰੀ ਭਾਈ ਸਾਹਿਬ ਠੀਕ ਹੈ, ਅਸੀਂ ਅਜੇ ਪੂਰੇ ਜ਼ੋਰ ਨਾਲ ਲੜੇ ਹੀ ਨਹੀਂ ਗਏ। ਭਾਵ ਅਸੀਂ ਅਜੇ ਲੜੇ ਨਹੀਂ ਗਏ, ਕੇਵਲ ਸਾਡੀਆਂ ਫੌਜਾਂ ਹੀ ਲੜੀਆਂ, ਇਸ ਕਰਕੇ ਸਾਨੂੰ ਡਟ ਕੇ ਲੜਨਾ ਚਾਹੀਦਾ ਹੈ। ਪਰ ਪਿੱਛੇ ਇਹਨਾਂ ਨੇ ਦੋ ਹੱਥ ਵੇਖ ਲਏ ਹੈ ਮੇਰੇ ਪ੍ਰੀਤਮ ਦੇ। ਜਿਹੜਾ ਜਰਨੈਲ ਪੈਂਡੇ ਖਾਂ ਗੁਰੂ ਪਿਆਰੋ ਆਪਣੇ ਆਪ ਨੂੰ ਬੜਾ ਤੀਰ ਕਮਾਨ 'ਚ ਸਮਝਦਾ ਸੀ ਉਹ ਖਤਮ ਕਰ ਦਿੱਤਾ ਹੈ। ਹੁਣ ਇਹ ਦੁਬਾਰਾ ਫਿਰ ਸਲਾਹਾਂ ਕਰਦੇ ਆ ਕਿ ਤਕੜੇ ਹੋ ਕੇ ਲੜਕੇ ਦੇਖੀਏ। ਸਭ ਇੱਕ ਥਾਲ ਮਿਲ ਕਰ ਜੇ ਲਰ ਹੈ, ਪੁਨ ਹਮੇ ਆਗੇ ਕੌਣ ਸੁਰ ਹੈ। ਇਸ ਤਰ੍ਹਾਂ ਭੀਮ ਚੰਦ ਤੇ ਹੰਡੂਰੀਆ ਸਲਾਹ ਕਰਦੇ ਹਨ ਆਪਾਂ ਸਾਰੇ ਇਕੱਠੇ ਹੋ ਕੇ ਲੜੀਏ, ਫਿਰ ਆਪਣੇ ਸਾਹਮਣੇ ਇਹ ਸਿੱਖ ਅੜ ਨਹੀਂ ਸਕਦੇ। ਅਰਪਣ ਕੀ ਗਿਣਤੀ ਬਹੁ ਕਹੋ ਕਹਾਂ, ਚਿਤਾ ਪਰ ਸਾਹੋ ਕੋ ਮਹਾ। ਔਰ ਹੋਰ ਦੀ ਤਾਂ ਗਿਣਤੀ ਕੀ ਹੈ, ਬਾਦਸ਼ਾਹ ਨੂੰ ਵੀ ਚਿੰਤਾ ਪੈ ਜਾਵੇਗੀ ਜਦ ਉਹਨੂੰ ਪਤਾ ਲੱਗੇਗਾ ਗੁਰੂ ਗੋਬਿੰਦ ਸਿੰਘ ਆਕੀ ਹੋ ਗਿਆ, ਕਿਲਿਆਂ ਵਿੱਚ ਬੈਠ ਗਿਆ ਤੇ ਉਹਨੂੰ ਵੀ ਚਿੰਤਾ ਪੈ ਜਾਵੇਗੀ। ਬਾਕੀ ਤਾਂ ਆਪਾਂ ਨੂੰ ਤਾਂ ਚਿੰਤਾ ਪਈ ਹੋਈ ਆ। ਤਾਵੇ ਉਦਮ ਤੇ ਇਸ ਵਿਦ ਬਣੈ, ਜੋ ਨਾ ਮਿਲ ਹੈ ਅਬ ਤਹ ਸਭ ਹਣੈ। ਤੇ ਜੇ ਆਪਣੇ ਪਹਾੜੀ ਰਾਜਿਆਂ ਚੋਂ ਵੀ ਕੋਈ ਆਨਾਕਾਨੀ ਕਰਦਾ ਨਹੀਂ ਆਪਣੇ ਨਾਲ ਰਲਦਾ ਉਹਨੂੰ ਵੀ ਮਾਰ ਦਿਓ ਦੁਸ਼ਮਣ ਜਾਣ ਕੇ। ਇਹ ਡਰ ਸਭ ਕੋ ਲਿਖੋ ਪਠਾਵੋ, ਗੁਰ ਪਰ ਹਵੈ ਮੁਹਿਮ ਚੜਿਆਵੋ। ਔਰ ਇਸ ਤਰ੍ਹਾਂ ਦੀਆਂ ਚਿੱਠੀਆਂ ਲਿਖ ਕੇ ਕਹਿੰਦੇ ਸਾਰੇ ਰਾਜਿਆਂ ਵੱਲ ਭੇਜ ਦਿਓ ਤੇ ਚਿੱਠੀ ਵਿੱਚ ਲਿਖੋ ਕਿ ਆਪਾਂ ਇਕੱਠੇ ਹੋ ਕੇ ਗੁਰੂ ਗੋਬਿੰਦ ਸਿੰਘ ਤੇ ਅਨੰਦਪੁਰ ਤੇ ਹਮਲਾ ਕਰਨਾ ਹੈ। ਨਾਹੇ ਤਾਂ ਸਭ ਕੋ ਹੈ ਦੁਖਦਾਈ, ਲੇਹ ਖਾਲਸਾ ਰਾਜ ਛਿਨਾਈ। ਔਰ ਜੇ ਤੁਸੀਂ ਅੱਜ ਇਕੱਠੇ ਨਹੀਂ ਹੋਵੋਗੇ, ਰਲ ਕੇ ਉਹਨਾਂ ਤੇ ਹਮਲਾ ਨਹੀਂ ਕਰੋਗੇ ਤੇ ਫਿਰ ਇਹ ਖਾਲਸਾ ਦਲ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਦਾ, ਇਹ ਸਾਰਿਆਂ ਲਈ ਦੁਖਦਾਈ ਬਣ ਜਾਣਾ ਹੈ। ਇਹ ਵਾਧਾ ਫੁੱਲਦਾ ਜਾ ਰਿਹਾ ਹੈ। ਮਿਲ ਕੇ ਲਰਹੋ ਬਚਿਓ ਜੇ ਚਾਹਤ, ਨਤ ਕਰੇ ਖਲੂਟ ਹੈ ਗ੍ਰਾਮਣ ਤਾ ਦਾਹਤ। ਆਓ ਇਕੱਠੇ ਹੋ ਕੇ ਲੜੀਏ, ਗੁਰੂ ਗੋਬਿੰਦ ਸਿੰਘ ਤੋਂ ਆਨੰਦਪੁਰ ਛਡਵਾ ਲਈਏ, ਖਾਲਸਿਆਂ ਤੋਂ ਸਿੰਘਾਂ ਤੋਂ। ਰੋਜ਼ਾਨਾ ਸਾਡੀ ਖੇਤੀ ਵੱਢ ਕੇ ਲੈ ਜਾਂਦੇ ਆ ਪਸ਼ੂਆਂ ਨੂੰ ਚਾਰਨ ਲਈ। ਜਥਾ ਸਖਤ ਕਰ ਕਰ ਨੇਜ ਚਮੂ, ਤੂਰਨ ਮਿਲਹੋ ਆਣ ਕਰ ਹਮੂ। ਔਰ ਸਾਰੀਆਂ ਦੀਆਂ ਚਿੱਠੀਆਂ ਵਿੱਚ ਲਿਖੋ ਜਥਾ ਸ਼ਕਤ ਜਿੰਨੀ ਫੌਜ ਹੈ ਵੱਧ ਤੋਂ ਵੱਧ ਇਕੱਠੀ ਕਰਕੇ ਜਲਦੀ ਭੀਮ ਚੰਦ ਕਹਿਲੂਰੀਏ ਦੇ ਕੋਲ ਕਹਿਲੂਰ ਆਓ ਜੀ। ਦੋਨੋਂ ਨਿਰਪ ਮਸਲਤ ਕੋ ਧਰਿਐ, ਲਿਖੇ ਪਤਰ ਸਭ ਸੋਹਿਤ ਕਰਕੇ। ਇਸ ਤਰ੍ਹਾਂ ਹੰਡੂਰੀਏ ਤੇ ਭੀਮ ਚੰਦ ਨੇ ਸਲਾਹ ਕਰਕੇ ਚਿੱਠੀਆਂ ਕੱਢ ਦਿੱਤੀਆਂ ਸਾਰੇ ਪਹਾੜੀ ਰਾਜਿਆਂ ਨੂੰ। ਦਾਲ ਆਸਾ ਸਤ ਆਪਣੋ ਕੀਨਾ, ਜੰਗ ਸਮਾਨ ਸਭਨ ਕੋ ਦੀਨਾ। ਔਰ ਇਧਰ ਭੀਮ ਚੰਦ ਨੇ ਆਪਣੀ ਫੌਜ ਤਿਆਰ ਕੀਤੀ ਹੈ, ਸਾਰਿਆਂ ਨੂੰ ਗੋਲੀ ਛਿੱਕਾ ਬਰੂਦ ਜੰਗ ਦਾ ਸਮਾਨ ਜਿਹੜਾ ਹੈ ਉਹ ਵੰਡ ਦਿੱਤਾ ਹੈ ਜੀ। ਸ਼ੈਲਨਾਥ ਜੇਤਕ ਸੁਣ ਸਾਰੇ, ਭੀਮ ਚੰਦ ਨਿਰਪ ਬੜੋ ਹੰਕਾਰੇ। ਔਰ ਚਿੱਠੀਆਂ ਥੋੜੇ ਹੀ ਦਿਨਾਂ ਵਿੱਚ ਸਾਰੇ ਪਹਾੜੀਆਂ ਕੋਲ ਪਹੁੰਚ ਗਈਆਂ ਔਰ ਸਾਰਿਆਂ ਨੇ ਚਿੱਠੀਆਂ ਪੜ੍ਹੀਆਂ ਕਿ ਸਾਨੂੰ ਰਾਜਾ ਭੀਮ ਚੰਦ ਫੌਜਾਂ ਸਮੇਤ ਸੱਦ ਰਿਹਾ ਹੈ। ਜੋਰ ਜੋਰ ਕਰ ਚਮੂ ਕਨੇਰੀ,
ਸਭ ਮੌਜੂਦ ਭਏ ਤਿਸ ਬੇਰੀ। ਇਉਂ ਪਹਾੜੀਏ ਆਪਣਾ ਟਿੱਡੀ ਦਲ ਇਕੱਠਾ ਕਰਕੇ ਭੀਮ ਚੰਦ ਕੋਲ ਸਾਰੇ ਫੌਜ ਲੈ ਕੇ ਪਹੁੰਚਣ ਲੱਗੇ। ਕਰਿਓ ਸਿਵਰ ਦੂਣ ਜੋ ਕਹਿਲੂਰ, ਦੇਖ ਦੇਖ ਨਿਰਪ ਹੋਤ ਗਰੂਰ। ਕਹਿਲੂਰ ਦੇ ਇਲਾਕੇ ਵਿੱਚ ਸਾਰਿਆਂ ਨੇ ਆਪੋ ਆਪਣਾ ਟਿਕਾਣਾ ਕਰ ਲਿਆ ਤੇ ਭੀਮ ਚੰਦ ਨੇ ਫੌਜਾਂ ਦੀ ਗਿਣਤੀ ਦੇਖ ਕੇ ਥੋੜਾ ਹੰਕਾਰ ਕੀਤਾ ਵੀ ਹੁਣ ਤਾਂ ਅਸੀਂ ਜਾਂਦੇ ਹੀ ਖਾਲਸੇ ਨੂੰ ਅਨੰਦਪੁਰ ਚੋਂ ਕੱਢ ਦੇਵਾਂਗੇ। ਥੋੜਾ ਹੰਕਾਰ ਆ ਗਿਆ ਭੀਮ ਚੰਦ ਨੂੰ। ਜਦੋਂ ਸਾਰੇ ਪਹਾੜੀਆਂ ਦੀ ਫੌਜ ਕਹਿਲੂਰ ਵੀ ਚਾ ਕੇ ਤੰਬੂ ਲਾਉਂਦੀ ਹੈ। ਦਾਨ ਮਾਨ ਸਕਲਨ ਕੋ ਕਰਿਓ, ਖਾਣ ਪਾਣ ਆਦਿਕ ਸੁਖ ਧਰਿਓ। ਔਰ ਭੀਮ ਚੰਦ ਨੇ ਸਭ ਦਾ ਮਾਨ ਸਤਿਕਾਰ ਕੀਤਾ ਹੈ ਔਰ ਸਭ ਨੂੰ ਭੋਜਨ ਪ੍ਰਸ਼ਾਦਾ ਆਦਿ ਜੋ ਦੇਣਾ ਚਾਹੀਏ ਦੇਣਾ ਕੀਤਾ ਹੈ ਜੀ। ਸੁਪਤ ਜਥਾ ਸੁਖ ਰਾਤ ਬਿਤਾਈ, ਭਈ ਪਰਾਤ ਨਿਜ ਸਭਾ ਲਗਾਈ। ਇਉਂ ਫਿਰ ਰਾਤ ਪੈ ਗਈ, ਆਰਾਮ ਕਰਦੇ ਆ। ਦੂਜੇ ਦਿਨ ਰਾਜਾ ਭੀਮ ਚੰਦ ਸਾਰੇ ਰਾਜਿਆਂ ਦੇ ਨਾਲ ਇੱਕ ਮੀਟਿੰਗ ਕਰਦਾ ਹੈ, ਸਭਾ ਲਾਉਂਦਾ ਹੈ ਜੀ। ਭੀਮ ਚੰਦ ਵੱਡ ਫਰਸ ਕਰਾਏ, ਛੈਲਨਾਥ ਸਗਰੇ ਤਬ ਆਏ। ਭੀਮ ਚੰਦ ਨੇ ਬਹੁਤ ਖੁੱਲੇ ਥਾਂ ਦੇ ਵਿੱਚ ਵਿਛਾਈਆਂ ਕਰਾਈਆਂ ਤੇ ਸਾਰੇ ਪਹਾੜੀ ਰਾਜੇ ਜਿਹੜੇ ਹਨ ਇਹਨਾਂ ਨੂੰ ਮਿਲਣ ਦੇ ਲਈ ਆ ਗਏ ਜੀ। ਖੜਗ ਸਿਪਰ ਸਰ ਤਨੁਖ ਕਰਾਲੇ, ਆਪਣੇ ਅੰਗ ਸਜਾਏ ਵਿਸਾਲੇ। ਇਸ ਤਰ੍ਹਾਂ ਗੁਰੂ ਪਿਆਰਿਓ ਸਾਰਿਆਂ ਨੇ ਆਪਣੇ ਸਰੀਰਾਂ ਦੇ ਉੱਪਰ ਸ਼ਸਤਰ ਜਿਹੜੇ ਹਨ ਧਾਰਨ ਕਰ ਲਏ ਹਨ। ਪ੍ਰਥਮ ਹੰਡੂਰੀ ਅਰਜ ਸਵਾਲ, ਗਰਭ ਕਟੋਰੀ ਆਇਓ ਤਾਲ। ਇਸ ਤਰ੍ਹਾਂ ਗੁਰੂ ਪਿਆਰਿਓ ਹੰਡੂਰੀਆ ਰਾਜਾ, ਜਸਵਾਲੀਆ ਰਾਜਾ, ਹੰਕਾਰੀ ਕਟੋਚੀਆ ਰਾਜਾ ਇਹ ਸਾਰੇ ਬੜੀ ਤੇਜ਼ੀ ਦੇ ਨਾਲ ਆਉਣ ਲੱਗੇ ਜੀ। ਨਾਮ ਕਮੰਡ ਚੰਦ ਤਿਸ ਕੇਰਾ, ਬੈਠੇ ਸਭਾ ਮਿਖੈ ਨਿਰਭਹੀਰਾ। ਔਰ ਇਹਨਾਂ ਦਾ ਨਾਮ ਹੈ ਘੁਮੰਡ ਚੰਦ। ਇਹ ਰਾਜਾ ਕਟੋਚੀਆ ਘੁਮੰਡ ਚੰਦ ਇਹਨੂੰ ਕਹਿੰਦੇ ਹਨ, ਭਾਵ ਹੰਕਾਰੀ ਸੀ। ਸਭਾ ਦੇ ਵਿੱਚ ਬੈਠੇ ਰਾਜਿਆਂ ਨੂੰ ਵੇਖਿਆ ਭੀਮ ਚੰਦ ਨੇ ਜਿਹੜਾ ਬੜਾ ਘੁਮੰਡੀ ਹੰਕਾਰੀ ਹੈ। ਜੰਮੂਨਾਥ ਆਦ ਸਭ ਆਏ, ਭੀਮ ਚੰਦ ਸਨਮਾਨ ਬਿਠਾਏ। ਔਰ ਜੰਮੂ ਦਾ ਰਾਜਾ ਵੀ ਆ ਗਿਆ। ਭੀਮ ਚੰਦ ਨੇ ਸਾਰੇ ਰਾਜਿਆਂ ਨੂੰ ਆਪਣੇ ਕੋਲ ਸਤਿਕਾਰ ਸਹਿਤ ਬਿਠਾ ਲਿਆ ਹੈ ਜੀ। ਗਨ ਰਾਜਨ ਕੀ ਸਭਾ ਮਝਾਰਾ, ਕਹਿਲੂਰੀ ਮਹਿਪਾਲ ਉਚਾਰਾ। ਔਰ ਸਾਰਿਆਂ ਰਾਜਿਆਂ ਨੇ ਜਦ ਆ ਕੇ ਉਹਦੇ ਨਾਲ ਗੱਲ ਸ਼ੁਰੂ ਕੀਤੀ ਹੈ ਤੇ ਭੀਮ ਚੰਦ ਕਹਿਲੂਰੀਆ ਕੀ ਕਹਿੰਦਾ ਹੈ? ਸਭ ਕੋ ਹਿਤ ਲਿਹੁ ਹਿਰਦੈ ਵਿਚਾਰੀ, ਪ੍ਰਗਟਿਓ ਸਤਰ ਖਾਲਸਾ ਭਾਰੀ। ਲਓ ਵੀ ਮਿੱਤਰੋ ਸੁਣ ਲਓ, ਮੈਂ ਤੁਹਾਡੇ ਸਾਰਿਆਂ ਦੇ ਭਲੇ ਵਾਸਤੇ ਮੀਟਿੰਗ ਰੱਖੀ ਹੈ, ਸਭਾ ਰੱਖੀ ਹੈ। ਇਹ ਜਿਹੜਾ ਆਪਾਂ ਜੰਗ ਕਰਨਾ ਹੈ ਇਹਦੇ ਵੀ ਸਾਡਾ ਸਾਰਿਆਂ ਦਾ ਭਲਾ ਹੈ, ਕਿਉਂਕਿ ਸਾਡਾ ਸਾਰਿਆਂ ਦਾ ਦੁਸ਼ਮਣ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੈਦਾ ਕਰ ਦਿੱਤਾ ਹੈ। ਸ਼ਾਮ ਦਾ ਮੇਰ ਭੇਦ ਉਪਾਏ, ਗੁਰ ਕੇ ਸੰਗ ਨਾ ਇਹੋ ਬਣਿਆਏ। ਔਰ ਜੇ ਗੁਰੂ ਦੇ ਨਾਲ ਅਸੀਂ ਮਿੱਤਰਤਾ ਕਰਾਂਗੇ ਤਾਂ ਸਾਡੀਆਂ ਸਾਰੀਆਂ ਖੇਤੀਆਂ ਉਜਾੜਨਗੇ। ਇਸ ਕਰਕੇ ਸ਼ਾਮ ਦਾਮ ਅਰ ਭੇਦ ਇਹ ਹੁਣ ਨਹੀਂ ਚੱਲਣਾ। ਕਰੀ ਸ਼ਾਮ ਤਬ ਕਹੀ ਕਰਾਵੈ, ਖੇਤੀ ਵਹਿਰ ਨਾ ਪਾਕਣ ਪਾਵੈ। ਜੇ ਮਿੱਤਰਤਾ ਕੀਤੀ ਤਾਂ ਉਸ ਦੇ ਸਾਰੇ ਸਿੱਖ ਜਿਹੜੇ ਹਨ ਸਾਡੀਆਂ ਫਸਲਾਂ ਘਾਹ ਆਦਿ ਵੱਢ ਕੇ ਲੈ ਜਾਂਦੇ ਹਨ। ਦਾਮ ਦੇਹ ਪੁਨ ਲੁੱਟ ਹੈ ਗ੍ਰਾਮ, ਸਭ ਦਿਸ ਪਾਈ ਧੂਮਣ ਧਾਮ। ਜੇ ਸ਼ਾਮ ਤੋਂ ਦੂਸਰਾ ਢੰਗ ਹੈ ਦਾਮ, ਪੈਸੇ ਦੇ ਕੇ ਕਿਸੇ ਨੂੰ ਆਪਣਾ ਗੁਲਾਮ ਬਣਾਈਏ ਤਾਂ ਇਹ ਪੈਸੇ ਨਹੀਂ ਲੈਂਦੇ, ਇਹ ਗੁਲਾਮ ਨਹੀਂ ਬਣਦੇ। ਕਹਿੰਦੇ ਖਾਲਸਾ ਤਾਂ ਫਿਰ ਮਾਰਾ ਬਕਾਰਾ ਕਰਦਾ, ਹੱਥ ਅੱਡ ਕੇ ਮੰਗਦਾ ਕਿਸੇ ਤੋਂ ਨਹੀਂ। ਇਸ ਕਰਕੇ ਇਹ ਦਾਮ ਪੈਸੇ ਦੇ ਨਾਲ ਵੀ ਕਾਬੂ ਆਉਣ ਵਾਲੇ ਨਹੀਂ। ਭੇਦ ਨਾ ਬਣਾ ਗੁਰੂ ਸਿੱਖਿਆ ਹੈ, ਜਿਸ ਕੋ ਨਾਮ ਸਿਮਰਤੇ ਰਹਿ। ਔਰ ਇਹਨਾਂ ਦੇ ਖਿਲਾਫ ਵੀ ਕੋਈ ਨਹੀਂ ਹੁੰਦਾਗਾ, ਕਿਉਂਕਿ ਸਾਰੇ ਸਿੰਘ ਜਿਹੜੇ ਹਨ ਇੱਕ ਦੂਜੇ ਨਾਲ ਜੁੜੇ ਹੋਏ ਹਨ। ਇਸ ਕਰਕੇ ਗੁਰੂ ਜੀ ਸਿੱਖਾਂ ਵਿੱਚ ਕੋਈ ਭੇਦ ਪਾਉਣਾ ਵੀ ਔਖਾ ਹੈ, ਭਾਵ ਪਾੜ ਪਾਉਣਾ, ਪਾੜੋ ਤੇ ਰਾਜ ਕਰੋ। ਜਿਵੇਂ ਗੁਰੂ ਪਿਆਰੋ ਸਰਕਾਰਾਂ ਦਾ ਆਪਣਾ ਇਹ ਵਤੀਰਾ ਹੁੰਦਾ ਹੈ ਕਿ ਉਹਨਾਂ ਨੇ ਜਨਤਾ ਨੂੰ ਪਾੜ ਕੇ ਰੱਖਣਾ, ਕਿਸੇ ਨੂੰ ਕੁਛ ਕਹਿਣਾ, ਕਿਸੇ ਨੂੰ ਕੁਛ ਕਹਿਣਾ। ਕਹਿੰਦੇ ਹੁਣ ਜੇ ਸਿੱਖਾਂ ਨੂੰ ਗੁਰੂ ਨਾਲ ਪਾੜਨਾ ਚਾਹੀਏ
ਤੇ ਸਿੱਖ ਗੁਰੂ ਤੋਂ 1 ਇੰਚ ਵੀ ਪਾਸੇ ਨਹੀਂ ਜਾ ਸਕਦੇ। ਸ਼ਾਮ ਦਾਮ ਭੇਦ, ਇਹ 3 ਚੀਜ਼ਾਂ ਨਹੀਂ ਵਰਤੀਆਂ ਜਾ ਸਕਦੀਆਂ। ਚੌਥਾ ਰਹਿ ਗਿਆ ਦੰਡ, ਭਾਵ ਲੜਾਈ ਕਰਨੀ। ਇਹ ਬਿਖਾਦ ਕੁਛ ਮੁਕ ਹੋ ਨਾਹੀ, ਸੰਸੈ ਸਭ ਕੈ ਰਾਜਨ ਮਾਹੀ। ਔਰ ਭੀਮ ਚੰਦ ਕਹਿੰਦਾ ਇਹ ਝਗੜਾ ਕੋਈ ਮੇਰੇ ਕਰਕੇ ਨਹੀਂ ਹੈ ਕਿ ਮੈਂ ਨੇੜੇ ਰਹਿੰਦਾ ਇਸ ਕਰਕੇ। ਅਸਲ ਦੇ ਵਿੱਚ ਇਹ ਝਗੜਾ ਤਾਂ ਸਾਡੇ ਸਾਰਿਆਂ ਦੇ ਵਾਸਤੇ ਹੀ ਤਕੜਾ ਪੈਦਾ ਹੋ ਗਿਆ ਹੈ। ਇਹ ਜਿਹੜਾ ਦੁਸ਼ਮਣ ਹੈ ਇਹ ਸਾਰਿਆਂ ਦੇ ਵਾਸਤੇ ਦੁਖਦਾਈ ਹੈ, ਤਾਂ ਮੈਂ ਤੁਹਾਨੂੰ ਇਕੱਤਰ ਕੀਤਾ ਹੈ। ਦਿਨ ਪ੍ਰਤ ਵਧ ਹੈ ਪਹੁਲਾ ਲੇਤ, ਅੱਠ ਹੋ ਜਾਮ ਲਰਨ ਸਨ ਹੇਤ। ਜਿਹੜੇ ਇਹਦੇ ਸਿੱਖ ਸਨ ਪਹਿਲਾਂ, ਉਹ ਸਾਰੇ ਸਿੱਖ ਜਿਹੜੇ ਸਨ ਬੜੇ ਕਮਜ਼ੋਰ ਸਨ, ਪਰ ਹੁਣ ਜਦੋਂ ਇਹਦੇ ਕੋਲੇ ਉਹ ਸਿੱਖ ਆਉਂਦੇ ਐ, ਪਹੁਲ ਲੈਂਦੇ ਐ, ਅੰਮ੍ਰਿਤ ਛਕਦੇ ਐ, ਪਤਾ ਨਹੀਂ ਕੀ ਉਹਨਾਂ 'ਚ ਤਾਕਤ ਆ ਜਾਂਦੀ ਹੈ। ਔਰ ਦਿਨ ਦੁਗਣੀ ਰਾਤ ਚੌਗਣੀ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਖਾਲਸਾ ਪੰਥ ਵੱਧਦਾ ਜਾ ਰਿਹਾ ਹੈ। ਆਬਿਓ ਪਾਵ ਸਭ ਤੇ ਹੋਇਆ ਵੈ, ਮਿਲਹੁ ਲਰਹੁ ਗੁਰੂ ਪੁਰਾਸ਼ਨਾਵੈ। ਹਜੇ ਤਾਂ ਨਵਾਂ ਨਵਾਂ ਕੰਮ ਹੈ ਇਹਨਾਂ ਦਾ, ਹਜੇ ਕੁਝ ਕਰ ਸਕਦੇ ਆ ਆਪਾਂ, ਇਕੱਠੇ ਹੋ ਕੇ ਲੜੀਏ ਇਹਨਾਂ ਤੋਂ ਗੁਰੂਪੁਰੀ ਭਾਵ ਅਨੰਦਪੁਰ ਸਾਹਿਬ ਛਡਵਾ ਲਈਏ ਜੀ। ਰਾਖਿਓ ਚਾਹੈ ਮੇਲ ਸਭ ਰਾਜਨ, ਕਰੈ ਸੁਧਾਰਨ ਆਪਣੇ ਕਾਜਨ। ਇਸ ਤਰ੍ਹਾਂ ਸਾਰੇ ਰਾਜਿਆਂ ਨੂੰ ਆਪਸ ਵਿੱਚ ਮੇਲ ਮਿਲਾਪ ਕਰਕੇ ਰੱਖਣਾ ਚਾਹੁੰਦਾ ਹੈ ਤੇ ਉਹਨਾਂ ਨੂੰ ਆਪਣੇ ਕਾਰਜ ਭਾਵ ਜੰਗ ਦੇ ਮੈਦਾਨ ਵਿੱਚ ਵਰਤਣਾ ਚਾਹੁੰਦਾ ਹੈ ਜੀ। ਸੋ ਆਬ ਚਲਹਿ ਆਨੰਦਪੁਰ ਲਰਬੇ, ਪੁਨ ਸੁਖ ਸਾਥ ਰਾਜ ਨਿਜ ਕਰਬੇ। ਇਸ ਤਰ੍ਹਾਂ ਗੁਰੂ ਪਿਆਰਿਓ ਸਾਰਿਆਂ ਨੇ ਸਲਾਹ ਕਰ ਲਈ ਹੈ ਕਿ ਆਪਾਂ ਰਲ ਮਿਲ ਕੇ ਸਾਰੇ ਇਕੱਠੇ ਹੋ ਕਰਕੇ ਗੁਰੂ ਗੋਬਿੰਦ ਸਿੰਘ ਨਾਲ ਲੜਾਈ ਕਰੀਏ। ਅਸਲ ਵਿੱਚ ਭੀਮ ਚੰਦ ਨੂੰ ਖੁਦ ਨੂੰ ਬਹੁਤਾ ਖਤਰਾ ਲੱਗਦਾ ਹੈ। ਜੋ ਮਿਟ ਰਹਿ ਨਾ ਆਛੀ ਤਾਹੇ, ਰਿਪ ਸਭ ਕੋ ਨ ਮੇਲੀ ਕਾਹੇ। ਕਹਿਣ ਲੱਗਿਆ ਭੀਮ ਚੰਦ ਰਾਜਿਆਂ ਨੂੰ ਕਿ ਇਹ ਗੁਰੂ ਗੋਬਿੰਦ ਸਿੰਘ ਤੇ ਇਹਦਾ ਖਾਲਸਾ ਸਾਡਾ ਸਾਰਿਆਂ ਦਾ ਦੁਸ਼ਮਣ ਹੈ, ਇਹ ਕਿਸੇ ਨਾਲ ਮੇਲ ਮਿਲਾਪ ਨਹੀਂ ਰੱਖਦੇ ਸਾਡੇ ਨਾਲ। ਸੁਨਤ ਕਟੋਚ ਹੰਡੂਰੀ ਕਹੈ, ਰਾਜੇ ਸਕਲ ਮਿਲੇ ਅਬ ਯਹ। ਔਰ ਉਸ ਵੇਲੇ ਉਹਨਾਂ ਦੇ ਵਿੱਚ ਬੈਠਾ ਹੈ ਕਟੋਚੀਆ ਤੇ ਹੰਡੂਰੀਆ ਰਾਜਾ, ਇਹ ਸਾਰੇ ਮਿਲ ਕੇ ਗੱਲਾਂ ਕਰਦੇ ਹਨ। ਨਹਿ ਆਛੀ ਕਿਸ ਕੋਏ ਬਾਤ, ਬਿਗੜੈ ਦੇਸ਼ ਰਾਜ ਦਿਨ ਰਾਤ। ਔਰ ਇਹ ਵੀ ਅੱਗੋਂ ਹੰਗੂਰਾ ਭਰਦੇ ਆ, ਹਾਂ ਰਾਜਾ ਸਾਹਿਬ ਭੀਮ ਚੰਦ ਜੀ ਵਾਕਿਆ ਹੀ ਇਹ ਕਿਸੇ ਦੇ ਵਾਸਤੇ ਵੀ ਚੰਗੇ ਨਹੀਂ ਹਨ। ਦਿਨ ਦੁੱਗਣੀ ਰਾਤ ਚੌਗਣੀ ਵਧਦੇ ਜਾ ਰਹੇ ਐ ਤੇ ਦੇਸ਼ ਰਾਜ ਵਿੱਚ ਵਿਗਾੜ ਪੈਦਾ ਕਰਦੇ ਹਨ। ਹੋਤ ਪ੍ਰਤਾਪ ਕੇ ਕੂਚ ਕਰੀਜੈ, ਘੇਰਾ ਆਨੰਦਪੁਰ ਕਰ ਲੀਜੈ। ਔਰ ਆਪਾਂ ਸੁਬਾਹ ਦਿਨ ਚੜ੍ਹਦਿਆਂ ਹੀ ਕੂਚ ਕਰੋ ਇਹ ਸ਼੍ਰੀ ਅਨੰਦਪੁਰ ਸਾਹਿਬ ਨੂੰ ਘੇਰਾ ਪਾਓ ਜੀ। ਬਸੈ ਪ੍ਰਥਲ ਗੁਰੂ ਨਿਕਾਸੋ, ਤਿਤਕ ਸਿੰਘ ਲਰ ਸਕਲ ਵਿਨਾਸ਼। ਔਰ ਆਪਾਂ ਲੜਾਈ ਕਰੀਏ, ਲੜਾਈ ਕਰਕੇ ਗੁਰੂ ਨੂੰ ਇੱਥੋਂ ਕੱਢੀਏ ਔਰ ਆਪੇ ਕਿਤੇ ਹੋਰ ਜਾ ਕੇ ਵਸੇਗਾ। ਤਿਤਕ ਸਿੰਘ ਲੜ ਸਕਲ ਬਨਾਸੋ, ਇਹਨਾਂ ਦੇ ਸਿੰਘਾਂ ਨੂੰ ਖਤਮ ਕਰ ਦਈਏ। ਕਹਿਓ ਕੇਸਰੀ ਚੰਦ ਸਬਣ ਮੈਂ, ਕੌਣ ਮਰੈ ਗੋ ਭਰਾਤਨ ਰਣ ਮੈਂ। ਤਾਂ ਕਹਿਣ ਲੱਗਿਆ ਕੇਸਰੀ ਚੰਦ ਰਾਜਾ ਸਭ ਨੂੰ ਕਹਿੰਦਾ ਭਰਾਵਾਂ ਦੇ ਨਾਲ ਸਾਰੇ ਹੀ ਇਕੱਠੇ ਚੱਲੋ, ਕੋਈ ਵਾਪਸ ਨਹੀਂ ਮੁੜੇਗਾ। ਤਨ ਮਨ ਧਨ ਕਰ ਸਗਲੇ ਲਰੈ, ਧਰੈ ਅਗਰ ਪਗ ਪਾਣ ਨਾ ਪਾਸ ਨਾ ਮੁਰੈ। ਔਰ ਸੁਣ ਲਓ ਸਾਰੇ ਰਾਜੇ ਤੇ ਫੌਜ ਦੇ ਨਾਲ ਸੰਬੋਧਨ ਕਰਕੇ ਸਾਰੇ ਰਾਜੇ ਇਕੱਠੇ ਹੋ ਕੇ ਮੀਟਿੰਗ ਕਰਦੇ ਐ। ਕਹਿੰਦੀ ਆਪਾਂ ਸਾਰੇ ਤਨ ਮਨ ਧਨ ਕਰਕੇ ਲੜਾਈ ਕਰਾਂਗੇ, ਜੰਗ ਦੇ ਮੈਦਾਨ ਚੋਂ ਪੈਰ ਪਿੱਛੇ ਨਹੀਂ ਕਰਨਾ, ਭਾਵੇਂ ਮਰ ਜਾਈਏ। ਇਤਿਆਦਿਕ ਕਹੈ ਸਾਬਹਿਨ ਮਾਨੀ, ਉਠੀ ਸਬਾਗੇ ਨਿਜ ਨਿਜ ਥਾਨੀ। ਔਰ ਇਸ ਤਰ੍ਹਾਂ ਇਹਨਾਂ ਨੇ ਸਲਾਹ ਕੀਤੀ ਤੇ ਆਪੋ ਆਪਣੇ ਇਲਾਕਿਆਂ ਨੂੰ ਚਲੇ ਗਏ ਜੀ। ਲਰਨ ਸਮਾਜ ਤਿਆਰ ਤਬ ਕਰਿਓ,
ਪੈਦਲ ਸਵਾਰਨ ਦਲ ਜੁਰਿਓ। ਇਸ ਤਰ੍ਹਾਂ ਹੁਣ ਇਹਨਾਂ ਨੇ ਲੜਾਈ ਵਾਸਤੇ ਤਿਆਰੀਆਂ ਕਰ ਲਈਆਂ, ਦਲ ਇਕੱਠਾ ਕਰ ਲਿਆ ਹੈ ਜੀ। ਗੁਲ ਕਾ ਗਾਣ ਬਰੂਦ ਬਉਦੇਤ, ਨਿਜ ਨਿਜ ਮਿਸਲਣ ਬਣੇ ਸੁਚੇਤ। ਇਸ ਤਰ੍ਹਾਂ ਗੁਰੂ ਪਿਆਰਿਓ ਗੋਲੀ ਬਰੂਦ ਸਿੱਕਾ ਵੰਡਿਆ ਜਾ ਰਿਹਾ ਹੈ। ਆਪੋ ਆਪਣੀਆਂ ਮਿਸਲਾਂ ਭਾਵ ਜਰਨੈਲਾਂ ਦੇ ਥੱਲੇ ਜਿਹੜੇ ਸੇਵਾਦਾਰ ਲਾਏ ਹਨ। ਸਗਰੀ ਰਾਤ ਕਰੀ ਸਭ ਤਿਆਰੀ, ਨਿੰਦਰਾ ਅਲਪ ਬਿਲੋਚਨ ਧਾਰੀ। ਔਰ ਸਾਰੀ ਰਾਤ ਇਹ ਜੰਗ ਦੀਆਂ ਤਿਆਰੀਆਂ ਕਰਦੇ ਰਹੇ, ਥੋੜੇ ਹੀ ਸੁੱਤੇ। ਭਈ ਪ੍ਰਾਤ ਆਲਸ ਕੋਟਾਰਾ, ਭੀਮ ਚੰਦ ਬਜਵਾਏ ਨਗਾਰਾ। ਦੂਜਾ ਦਿਨ ਚੜਿਆ ਤੇ ਇਹਨਾਂ ਨੇ ਨਗਾਰੇ ਤੇ ਚੋਟ ਲਾਈ ਹੈ ਜੰਗ ਦੇ ਵਾਸਤੇ। ਕਰ ਸਨਾਨ ਬਸਤਰ ਕੋ ਪਾਏ, ਖੜਗ ਸਿਪਰ ਆਪਣੇ ਅੰਗ ਲਾਏ। ਔਰ ਤਿਆਰੀ ਕਰਕੇ ਗੁਰੂ ਪਿਆਰੋ ਸ਼ਸਤਰ ਸਰੀਰ ਤੇ ਧਾਰਨ ਕਰਕੇ ਇਹਨਾਂ ਨੇ ਤੜਕੇ ਦਿਨ ਚੜ੍ਹਦੇ ਦੇ ਨਾਲ ਸ਼੍ਰੀ ਅਨੰਦਪੁਰ ਸਾਹਿਬ ਨੂੰ ਘੇਰਾ ਪਾਉਣ ਦੀ ਸਲਾਹ ਕੀਤੀ ਹੈ। ਚੜ ਗਜ ਪਰ ਲੈ ਰਾਜਨ ਸੰਗ, ਸਭ ਕੇ ਦੁੰਦਰ ਬਜੇ ਉਤੰਗ। ਔਰ ਸਾਰੇ ਰਾਜੇ ਆਪੋ ਆਪਣੀਆਂ ਫੌਜਾਂ ਲੈ ਕੇ ਤਿਆਰ ਪਰ ਤਿਆਰ ਤੀ ਆਪਣੇ ਨਗਾਰਿਆਂ ਤੇ ਚੋਟਾਂ ਲਾਈਆਂ। ਇੱਕ ਦੋਏ ਕੋਸ ਚਲੇ ਤਬ ਆਇਓ, ਵਹਿਰ ਨਿਕਸ ਕਰ ਸਿਵਰ ਲਗਾਇਓ। ਕਹਿਲੂਰ ਤੋਂ 2-3 ਕੋਹ ਦੇ ਉੱਤੇ ਅਨੰਦਪੁਰ ਸਾਹਿਬ ਦਾ ਇਲਾਕਾ ਥੋੜੀ ਦੂਰੀ ਤੇ ਹੈ। ਔਰ ਇਹਨਾਂ ਨੇ ਉੱਥੋਂ ਚੱਲ ਕੇ 2-3 ਕੋਹ ਪੈਂਡਾ ਕਰਕੇ ਰੁਕਣਾ ਕੀਤਾ ਹੈ ਜੀ। ਮਿਲ ਰਾਜੇ ਗਣ ਪੱਤਰ ਲਿਖਾਇਓ, ਦੂਤ ਹਾਥ ਤਤਕਾਲ ਪਠਾਇਓ। ਔਰ ਭੀਮ ਚੰਦ ਨੇ ਇੱਕ ਚਿੱਠੀ ਲਿਖੀ ਹੈ ਤੇ ਆਪਣੇ ਦੂਤ ਨੂੰ ਜਸੂਸ ਨੂੰ ਦੇ ਕੇ ਗੁਰੂ ਸਾਹਿਬ ਦੇ ਵੱਲ ਭੇਜਦਾ ਹੈ। ਆਗੇ ਸਤਿਗੁਰ ਸੁਣ ਸੁਧ ਸਾਰੀ, ਕਰੀ ਜੁੱਧ ਕੀ ਸਾਬਿਤ ਤਿਆਰੀ। ਔਰ ਇਧਰ ਗੁਰੂ ਸਾਹਿਬ ਦੇ ਸੂਹੀਆਂ ਨੇ ਪਹਿਲਾਂ ਹੀ ਦੱਸ ਦਿੱਤਾ ਹੈ ਕਿ ਪਹਾੜੀਏ ਟਿੱਡੀ ਦਲ ਇਕੱਠਾ ਕਰਕੇ ਹਮਲਾ ਕਰਨ ਦੀਆਂ ਸਲਾਹਾਂ ਕਰ ਰਹੇ ਨੇ। ਬੈਠੇ ਹੋਤੇ ਦੀਵਾਨ ਮਝਾਰਾ, ਪਾਸ ਖਾਲਸਾ ਸੋਭ ਉਦਾਰਾ। ਔਰ ਪਾਤਸ਼ਾਹ ਜੀ ਵੀ ਦੀਵਾਨ ਸਜਾ ਕੇ ਜੰਗ ਦੇ ਮੈਦਾਨ ਦੀਆਂ ਤਿਆਰੀਆਂ ਕਰ ਰਹੇ ਨੇ। ਪਹੁੰਚਿਓ ਪੁੱਤਰ ਖੁਲਾਏ ਪਠਾਇਓ, ਧੁਨ ਉੱਚੀ ਤੇ ਸਭਨ ਸੁਣਾਇਓ। ਔਰ ਭੀਮ ਚੰਦ ਦਾ ਬੰਦਾ ਚਿੱਠੀ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਦੀਵਾਨ ਚ ਆ ਗਿਆ ਹੈ ਤੇ ਪਾਤਸ਼ਾਹ ਜੀ ਨੇ ਸਿੰਘ ਨੂੰ ਕਿਹਾ ਚਿੱਠੀ ਪੜ੍ਹ ਕੇ ਸੁਣਾ ਸਾਰਿਆਂ ਨੂੰ ਕੀ ਲਿਖਦੇ ਆ। ਸੁਣੋ ਗੁਰੂ ਜੀ ਥਾਨ ਹਮਾਰਾ, ਜਹ ਆਨੰਦਪੁਰ ਬਸਿਓ ਤੁਮਾਰਾ। ਕੀ ਲਿਖਦੇ ਆ ਚਿੱਠੀ ਚ? ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਇਹ ਜਿਹੜੀ ਪਹਾੜੀ ਤੇ ਤੁਸੀਂ ਪਿੰਡ ਵਸਾਇਆ ਨਾ, ਇਹ ਸਾਡਾ ਰਾਜ ਹੈ ਇੱਥੇ ਤੇ ਸਾਡਾ ਇਲਾਕਾ ਹੈ। ਸ਼੍ਰੀ ਗੁਰ ਤੇਗ ਬਹਾਦਰ ਲੀਨੰ, ਹਮਕੋ ਕਈ ਬੇਰ ਧਨ ਦੀਨੰ। ਔਰ ਗੁਰੂ ਤੇਗ ਬਹਾਦਰ ਨੇ ਸਾਥੋਂ ਇਹ ਜਗ੍ਹਾ ਲਈ ਹੈ ਤੇ ਫਿਰ ਜਿਹਨੇ ਪੈਸੇ ਦੇ ਕੇ ਮੁੱਲ ਖਰੀਦੀ ਹੈ ਤੇ ਫਿਰ ਉਹ ਕੀ ਲੱਗਦੇ ਆ ਜਿਨ੍ਹਾਂ ਨੇ ਵੇਚੀ ਆ। ਕੋ ਸਤਨਾਮ 25,000 ਮੋਹਰਾਂ ਜਾਂ ਰੁਪਈਏ ਉਸ ਵੇਲੇ ਨੌਵੇਂ ਪਾਤਸ਼ਾਹ ਨੇ ਦੇ ਕੇ ਜਗ੍ਹਾ ਖਰੀਦੀ ਹੈ। ਕਹਿਣ ਲੱਗਿਆ ਤੁਹਾਡੇ ਪਿਤਾ ਨੇ ਸਾਨੂੰ ਕਈ ਵਾਰੀ ਪੈਸੇ ਦਿੱਤੇ ਹਨ, ਇਲਾਕਾ ਸਾਡਾ ਹੈ। ਜਬ ਕੋ ਬਾਸ ਆਪਣੇ ਕਰਿਓ, ਤਬ ਕੋ ਦਇਓ ਨਾ ਕਹਿਆ ਮਨ ਧਰਿਓ। ਕਈ ਵਾਰੀ ਪੈਸਾ ਕੋਈ ਤਾਂ ਉਹਦਾ ਮਤਲਬ ਕਿ ਗੁਰੂ ਤੇਗ ਬਹਾਦਰ ਸਾਨੂੰ ਹਾਲਾ ਮਾਮਲਾ ਦਿੰਦਾ ਰਿਹਾ, ਹਾਲਾ ਮਾਮਲਾ ਕੋਈ ਨਹੀਂ ਦਿੱਤਾਗਾ। ਇਸ ਪਹਾੜੀ ਦੇ ਉੱਤੇ ਇੱਕ ਦੈਂਤ ਵਸਦਾ ਸੀਗਾ ਮਾਖੋ ਨਾਮ ਦਾ। ਉਸ ਦੈਂਤ ਨੇ ਇਸ ਇਲਾਕੇ ਨੂੰ ਵਸਣ ਨਹੀਂ ਸੀ ਦਿੱਤਾ ਤੇ ਜਿਸ ਵੇਲੇ ਗੁਰੂ ਤੇਗ ਬਹਾਦਰ ਜੀ ਬਕਾਲਾ ਸਾਹਿਬ ਛੱਡ ਕੇ ਉਸ ਇਲਾਕੇ 'ਚ ਪਹੁੰਚੇ ਸਨ ਤੇ ਸਿੱਖਾਂ ਨੂੰ ਕਿਹਾ ਵੀ ਸਤਲੁਜ ਦਰਿਆ ਦਾ ਕਿਨਾਰਾ ਹੈ, ਬੜੀ ਸੋਭਨੀਕ ਜਗ੍ਹਾ, ਰਮਣੀਕ, ਇੱਥੇ ਦੇਖੋ ਵਧੀਆ ਜਗ੍ਹਾ, ਕੋਈ ਆਪਾਂ ਮੁੱਲ ਖਰੀਦ ਕੇ ਇੱਥੇ ਘਰ ਪਾ ਲਵਾਂਗੇ, ਨਗਰ ਵਸਾ ਲਵਾਂਗੇ ਆਪਣਾ। ਉਸ ਵੇਲੇ ਫਿਰ ਸਿੰਘਾਂ ਨੇ ਦੇਖਿਆ ਇੱਕ ਪਹਾੜੀ ਸੁੰਨੀ ਜਗ੍ਹਾ, ਪਤਾ ਕੀਤਾ ਵੀ ਇਹ ਪਹਾੜੀ ਕਿਹਦੀ ਹੈ। ਦੱਸ ਦਿੱਤਾ ਕਿ ਫਲਾਣੇ ਰਾਜੇ ਦੀ ਹੈ। ਰਾਜੇ ਨੂੰ ਮਿਲਣਾ ਕੀਤਾ, ਗੁਰੂ ਸਾਹਿਬ ਨੂੰ ਆ ਕੇ ਦੱਸਿਆ ਜੀ ਰਾਜਾ ਕਹਿੰਦਾ ਇੱਥੇ ਕੋਈ ਵਸ ਨਹੀਂ ਸਕਦਾ, ਇੱਥੇ ਇੱਕ ਦੈਂਤ ਰਹਿੰਦਾ ਮਾਖੋ ਨਾਮ ਦਾ। ਤੇ ਗੁਰੂ ਤੇਗ ਬਹਾਦਰ ਜੀ ਕਹਿੰਦੇ ਕੋਈ ਗੱਲ ਨਹੀਂ, ਸਾਨੂੰ ਦੇ ਦਿਓ ਦੈਂਤ ਨੂੰ, ਅਸੀਂ ਇੱਥੋਂ ਕੱਢ ਦੇਵਾਂਗੇ। ਉਸ ਵੇਲੇ 25,000 ਚਾਂਦੀ ਦੇ ਰੁਪਈਏ ਜਾਂ ਮੋਹਰਾਂ ਦੇ ਕੇ ਸਤਿਗੁਰਾਂ ਨੇ ਉਹ ਜਗ੍ਹਾ ਸਾਰੀ ਅਨੰਦਪੁਰ ਸਾਹਿਬ ਦੀ ਖਰੀਦੀ ਸੀ। ਹੁਣ ਇਹ ਕਹਿੰਦਾ ਕਿ ਤੁਹਾਡਾ ਪਿਤਾ ਸਾਨੂੰ ਹਾਲਾ ਮਾਮਲਾ ਦਿੰਦਾ ਰਿਹਾ, ਬਿਲਕੁਲ ਝੂਠ ਹੈ।
ਕਹਿਣ ਲੱਗਿਆ ਜਦੋਂ ਤੁਸੀਂ ਇੱਥੇ ਵਸੇ ਹੋ ਸਾਨੂੰ ਕੋਈ ਮਾਮਲਾ ਨਹੀਂ ਦਿੱਤਾ। ਅਬ ਹੈ ਆਪਣੋ ਪੰਥ ਉਪਾਇਓ ਹਥਿਆਰਨ ਕੋ ਹਾਥ ਗਹਾਇਓ। ਹੁਣ ਤੁਸੀਂ ਆਪਣਾ ਹੀ ਪੰਥ ਪੈਦਾ ਕਰ ਲਿਆ ਹੈ, ਉਹਨਾਂ ਨੂੰ ਸ਼ਸਤਰ ਧਾਰੀ ਕਰ ਲਿਆ ਹੈ। ਲੂਟ ਕੂਟ ਕਰ ਦੂਣ ਉਜਾਰੀ ਲਰਨ ਮਰਨ ਨਿਤ ਧੂਮ ਉਤਾਰੀ। ਉਹ ਤੁਸੀਂ ਸਾਡੇ ਇਲਾਕੇ ਦੇ ਲੋਕਾਂ ਨੂੰ ਲੁੱਟ ਕੁੱਟ ਕੇ ਮਾਰ ਕੇ ਛੱਡਦੇ ਹੋ, ਧੂਮਾਂ ਪਾ ਛੱਡੀਆਂ, ਸਾਡੇ ਇਲਾਕੇ 'ਚ ਲੜਨ ਮਰਨ ਨੂੰ ਤਿਆਰ ਰਹਿੰਦੇ ਹੋ। ਅਬ ਲੋ ਮੈਂ ਕੀਨ ਸਬੋਟਾਰਾ ਦੇਣ ਰਹਿਓ ਧਨ ਦੇਸ਼ ਉਜਾਰਾ। ਪੈਸਾ ਤਾਂ ਦੇਣਾ ਦੂਰ ਰਿਹਾ, ਮਾਮਲਾ ਦੇਣਾ ਦੂਰ ਰਿਹਾ, ਤੁਸੀਂ ਸਾਡੀ ਜਨਤਾ ਨੂੰ ਉਜਾੜ ਰਹੇ ਹੋ। ਇਹ ਚਿੱਠੀ ਵਿੱਚ ਲਿਖਦਾ ਭੀਮ ਚੰਦ। ਕੇਤਕ ਹਮਰੇ ਸੁਭਾਟ ਖਪਾਏ ਕਿਤਕ ਪਰੇ ਘਾਲ ਦੁਖ ਪਾਏ। ਕਿੰਨੀ ਸਾਡੀ ਫੌਜ ਮਾਰ ਦਿੱਤੀ ਹੈ ਤੇ ਕਿੰਨੇ ਜ਼ਖਮੀ ਕਰ ਦਿੱਤੇ, ਦੁਖੀ ਹੋ ਰਹੇ ਹਨ। ਅਬ ਜੇ ਕਰ ਰਸ ਰਾਖਿਓ ਚਾਹਤ ਬਸਨ ਆਨੰਦਪੁਰ ਵਿਖੇ ਉਮਾਹਤ। ਚਿੱਠੀ 'ਚ ਲਿਖਦਾ ਹੈ, ਕਹਿੰਦੇ ਜੇ ਤੁਸੀਂ ਹੁਣ ਇੱਥੇ ਆਨੰਦਪੁਰ 'ਚ ਰਹਿਣਾ ਚਾਹੁੰਦੇ ਹੋ, ਦਇਆ ਕਰੋ ਦੀਜੈ ਸਬਦਾਮੂ ਬਸੋ ਆਪ ਬਿਗਰੈ ਨੈ ਕਾਮੂ। ਸਾਨੂੰ ਮਾਮਲਾ ਦਿਓ, ਸਾਨੂੰ ਪੈਸੇ ਦਿਓ। ਭਾਵ ਮਾਮਲਾ ਦੇਣ ਦਾ ਮਤਲਬ ਮੈਂ ਤੇਰੇ ਅਧੀਨ ਹਾਂ। ਮਾਮਲਾ 1 ਰੁਪਈਆ ਵੀ ਮਾੜਾ ਦੇਣਾ ਹਾਲਾ ਮਾਮਲਾ, ਤੇ 1000 ਰੁਪਈਆ ਦੇਣਾ ਵੀ ਮਾੜਾ। ਜਿਸ ਵੇਲੇ ਭਾਈ ਸਾਹਿਬ ਭਾਈ ਮਣੀ ਸਿੰਘ ਤੋਂ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਕਹਿੰਦੇ ਸੀ ਇਹ ਮੁਗਲ ਕਿ ਤੁਸੀਂ ਇੱਥੇ ਬੜੀ ਮਾਇਆ ਆਉਂਦੀ ਹੈ ਦੀਵਾਲੀ ਵਿਸਾਖੀ ਤੇ ਸਾਨੂੰ ਇਹਦੇ ਵਿੱਚੋਂ ਹਿੱਸਾ ਨਹੀਂ ਦਿੰਦੇ, ਟੈਕਸ ਨਹੀਂ ਦਿੰਦੇ, ਤੇ ਭਾਈ ਮਣੀ ਸਿੰਘ ਤੋਂ 5000 ਮੰਗਿਆ ਸੀ ਉਹਨਾਂ ਨੇ ਟੈਕਸ ਉਸ ਵੇਲੇ। ਤੇ ਭਾਈ ਮਣੀ ਸਿੰਘ ਜੀ ਨੇ ਜਵਾਬ ਦੇ ਦਿੱਤਾ। ਫਿਰ ਗੱਲ ਥੋੜੀ ਠੰਡੀ ਹੋ ਗਈ ਕਿਉਂਕਿ ਸਰਕਾਰ ਦੀਆਂ ਅੰਦਰੋਂ ਮਨਸ਼ਾ ਚੰਗੀ ਨਹੀਂ ਸੀ, ਤੇ ਭਾਈ ਮਣੀ ਸਿੰਘ ਨੇ ਸਾਰੀਆਂ ਸੰਗਤਾਂ ਨੂੰ ਸੁਨੇਹੇ ਭੇਜਤੇ ਬਈ ਐਤਕੀ ਦੀਵਾਲੀ ਤੇ ਕੋਈ ਹਰਿਮੰਦਰ ਸਾਹਿਬ ਨਾ ਆਵੇ, ਕਿਉਂਕਿ ਉਹਨਾਂ ਦਾ ਖਿਆਲ ਸੀ ਕਿ ਜਦੋਂ ਇੱਥੇ ਸੇ ਇਕੱਠੇ ਹੋਣਗੇ ਅਸੀਂ ਆ 84 ਵਾਂਗੂ ਹਮਲਾ ਕਰ ਦੇਵਾਂਗੇ। ਕੋਈ ਸਤਨਾਮ, ਜਿਵੇਂ 5ਵੇਂ ਪਾਤਸ਼ਾਹ ਸ਼ਹੀਦੀ ਦਿਹਾੜੇ ਤੇ 84 'ਚ ਹਮਲਾ ਕੀਤਾ ਇਹਨਾਂ ਨੇ ਯੋਜਨਾ ਬਣਾ ਕੇ, ਉਸੇ ਤਰ੍ਹਾਂ ਉਦੋਂ ਮੁਗਲ ਸਰਕਾਰਾਂ ਨੇ ਸਲਾਹ ਕੀਤੀ ਸੀ। ਜਦ ਭਾਈ ਮਣੀ ਸਿੰਘ ਜੀ ਨੇ ਸੰਗਤਾਂ ਨੂੰ ਰੋਕ ਦਿੱਤਾ, ਸੰਗਤ ਨਾ ਆਈ, ਮੁਗਲਾਂ ਨੇ ਦੀਵਾਲੀ ਤੋਂ ਬਾਅਦ ਮਾਮਲਾ ਮੰਗਿਆ, ਟੈਕਸ ਮੰਗਿਆ। ਭਾਈ ਸਾਹਿਬ ਕਹਿਣ ਲੱਗੇ ਇੱਥੇ ਕੋਈ ਆਇਆ ਹੀ ਨਹੀਂਗਾ, ਟੈਕਸ ਕਾਹਦਾ ਦਈਏ, ਨਾਲੇ ਟੈਕਸ ਦੇਣਾ ਬਣਦਾ ਹੀ ਨਹੀਂ, ਸੰਗਤਾਂ ਦੀ ਮਾਇਆ, ਸੰਗਤਾਂ ਛਕ ਛਕਾ ਲੈਂਦੀਆਂ, ਲੰਗਰ ਚੱਲ ਪੈਂਦੇ ਆ ਉਹਦੇ ਨਾਲ। ਤਾਂ ਫਿਰ ਉਹਨਾਂ ਨੇ ਭਾਈ ਸਾਹਿਬ ਜੀ ਦੇ ਬੰਦ ਕੱਟ ਕੇ ਸ਼ਹੀਦ ਕਰ ਦਿੱਤਾ, ਪਰ ਇਹ ਟੈਕਸ ਦੇਣ ਦੀ ਪਿਰਤ ਹਰਿਮੰਦਰ ਸਾਹਿਬ 'ਚ ਨਹੀਂ ਪੈਣ ਦਿੱਤੀ। ਕੋ ਸਤਨਾਮ ਸੀ। ਹੁਣ ਅੱਜ ਭੀਮ ਚੰਦ ਕਹਿੰਦਾ ਹੈ ਜੇ ਤੁਸੀਂ ਇੱਥੇ ਰਹਿਣਾ ਚਾਹੁੰਦੇ ਹੋ ਤੇ ਸਾਨੂੰ ਮਾਮਲਾ ਦਿਓ ਤੇ ਸੁੱਖ ਨਾਲ ਵਸੋ। ਨਾਹੇ ਤਾਂ ਕੁਰਦ ਵਧਿਓ ਹੋਏ ਜੁਦ ਹਿਰਦੈ ਸੁਧ ਵਿਚਾਰੋ ਬੁੱਧ। ਨਹੀਂ ਤਾਂ ਫਿਰ ਹਿਸਾਬ ਲਾ ਲਓ ਅਸੀਂ ਬੜੇ ਗੁੱਸੇ 'ਚ ਆ ਹੁਣ ਤੇ ਤੁਹਾਡੇ ਉੱਤੇ ਹਮਲਾ ਕਰਨ ਲਈ, ਯੁੱਧ ਕਰਨ ਲਈ ਆ ਰਹੇ ਆ, ਸੋਚ ਲਓ। ਉਤ ਤੁਰ ਕਣ ਸਣ ਬੈਰ ਤੁਮਾਰਾ ਇਤ ਹਮ ਸਾਥ ਵਦੀ ਬੋਰਾਰਾ। ਉਧਰ ਤੁਰਕਾਂ ਦੇ ਨਾਲ ਤੁਹਾਡੀ ਦੁਸ਼ਮਣੀ ਵੱਧ ਚੁੱਕੀ ਹੈ ਤੇ ਇਧਰ ਸਾਡੇ ਨਾਲ ਵੀ ਤੁਸੀਂ ਵੈਰ ਪਾ ਲਿਆ। ਦੋਨੋਂ ਦਿਸ ਤੇ ਦਲ ਉਮਡਾਵੇ ਸਭ ਜਗ ਸੋ ਭਾਟ ਤੁਮ ਹੋ ਪਰਤਾਵੇ। ਉਹ ਦੋਨੇ ਪਾਸਿਓਂ ਫੌਜ ਆ ਰਹੀ ਹੈ, ਸਾਡੀ ਫੌਜ ਵੀ ਇਕੱਠੀ ਹੋ ਗਈ ਹੈ ਤੇ ਤੁਰਕਾਂ ਦਾ ਦਲ ਵੀ ਆ ਰਿਹਾ ਹੈ। ਪਰ ਹੈ ਭੀਰ ਨਹਿ ਕੁਛ ਬਣਿਆਵੇ ਘੇਰੇ ਜਾਹੋ ਨਾ ਨਿਕਸਨ ਪਾਵੇ। ਜੇ ਤੁਸੀਂ ਸਾਡੀ ਗੱਲ ਨਹੀਂ ਮੰਨੋਗੇ ਤੇ ਤੁਹਾਡੇ ਤੇ ਬੜੀ ਭੀੜ ਪੈਣ ਵਾਲੀ ਹੈ, ਅਸੀਂ ਆਨੰਦਪੁਰ ਨੂੰ ਘੇਰਾ ਪਾ ਲੈਣਾ, ਮੁੜ ਕੇ ਨਿਕਲ ਨਹੀਂ ਦੇਣਾ। ਜਾਂ ਤੇ ਦੀਸਾ ਦੌਲਤ ਅਬੈ ਆਗੇ ਪੰਥ ਬਜਰ ਰਖ ਸਬੈ। ਤਾਂ ਤੇ ਸਾਨੂੰ ਟੈਕਸ ਦਿਓ, ਮਾਮਲਾ ਦਿਓ, ਸਾਡੀ ਧਰਤੀ ਤੇ ਰਹਿੰਦੇ ਹੋ ਤੇ ਗਾਹਾਂ ਨੂੰ ਸੁਖੀ ਵਸੋ ਔਰ ਆਪਣੇ ਪੰਥ ਨੂੰ, ਆਪਣੇ ਸਿੱਖਾਂ ਨੂੰ, ਆਪਣੇ ਖਾਲਸੇ ਨੂੰ ਵਰਜ ਕੇ ਰੱਖੋ, ਸਾਡੀ ਜਨਤਾ ਨੂੰ ਤੰਗ ਨਾ ਕਰਨ। ਤਦ ਹੋ ਜੰਗ ਕੀ ਰੀਤ ਭਿਆਨਾ ਜਿਸ ਮੈਂ ਨਿਤ ਬਿਆਦ ਬਿਦਨਾਨਾ। ਔਰ ਇਹ ਜੰਗ ਜੋ ਕਰਨ ਦੀ ਤੀਤ ਛੱਡ ਦਿਓ, ਇਹ ਤੁਹਾਡੇ ਕੰਮ ਨਹੀਂ ਹੈ। ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਸਾਧ ਜਾਣਦੇ ਹੈ, ਪਰ ਗੁਰੂ ਗੋਬਿੰਦ ਸਿੰਘ ਤਾਂ ਇਹਨਾਂ ਨੂੰ ਖਤਮ ਕਰਨ ਲਈ ਆਇਆ ਹੈ। ਸਮਝ ਲਿਓ ਸਾਧੂ ਸਭ ਮਨਮੰਗ ਯਾਹੀ ਕਾਜ ਧਰਮ ਚਰਮੰਗ। ਧਰਮ ਚਲਾਵਣ ਸੰਤਿ ਉਭਾਰਨ ਦੁਸ਼ਟ ਸਵਣ ਕੋ ਮੂਲ ਉਪਾਰਨ ਮੇਰਾ ਕਾਰਜ ਹੈ। ਪਰ ਇਹ ਦੁਸ਼ਟ ਚਿੱਠੀ 'ਚ ਲਿਖਦਾ ਹੈ ਕਿ ਤੁਸੀਂ ਜਿਹੜਾ ਹੈ ਚੁੱਪ ਕਰਕੇ ਟੈਕਸ ਦਿਓ ਤੇ ਚੁੱਪ ਕਰਕੇ ਰਹੋ, ਲੜਾਈਆਂ ਬੰਦ ਕਰੋ। ਆਪਣੇ ਪਿੱਤ ਸਮਾਨ ਬਣ ਰਹੀ ਹੈ
ਸੰਗਤ ਤੇ ਉਕੋਰ ਗਣ ਲਹੀਐ ਸੰਗਤਾਂ ਤੋਂ ਭੇਟਾਵਾਂ ਲਈ ਚੱਲੋ ਤੇ ਆ ਲੜਾਈਆਂ ਲੁੜੀਆਂ ਛੱਡੋ, ਜਿਵੇਂ ਤੁਹਾਡਾ ਬਾਪੂ ਰਾਮ ਨਾਲ ਰਿਹਾ ਐ ਰਹੋ। ਹਮਕੋ ਦਰਬ ਬਰਖ ਪ੍ਰਤ ਦੀਜੈ ਹੋਏ ਸੁਖ ਵਾਸੀ ਸਮਾ ਬਤੀ ਸਾਨੂੰ ਹਰ ਸਾਲ ਟੈਕਸ ਦਿਓ ਜੀ, ਇੱਥੇ ਆਰਾਮ ਨਾਲ ਬਸਣਾ ਹੈ ਤਾਂ। ਨਾਹੇ ਤਾਂ ਛੋਡੋ ਭੂਮ ਹਮਾਰੀ ਗਮਨ ਕਰੋ ਛਾਇ ਇਛ ਤੁਮਾਰੀ ਨਹੀਂ ਤਾਂ ਸਾਡੀ ਪਹਾੜੀ ਛੱਡੋ, ਸਾਡਾ ਇਲਾਕਾ ਛੱਡੋ, ਕਿਤੇ ਹੋਰ ਜਾ ਕੇ ਪਿੰਡ ਵਸਾ ਲਓ ਆਪਦਾ। ਆਪ ਪਹੁੰਚਿਓ ਮੈਂ ਨਿਕਟ ਤੁਮਾਰੇ ਚਮੂ ਸਮੂ ਮਿਲੇ ਨਿਰਪਸਾਰੇ ਨਹੀਂ ਤਾਂ ਮੇਰੀ ਫੌਜ ਦੇਖ ਲਓ ਇਕੱਠੀ ਹੋ ਗਈ ਹੈ ਤੇ ਤੁਹਾਡੇ ਤੇ ਹਮਲਾ ਕਰਨ ਹੀ ਵਾਲੇ ਹਾਂ। ਛੀਨ ਸ਼ਕਲ ਕੱਢਦਾ ਹੋ ਬਾਹਰ ਬਿਨਾ ਬਿਲੰਬ ਜਾਨੀਆ ਹੈ ਜਾਹਰ ਹੁਣ ਦੇਰ ਨਹੀਂ ਲੱਗੇਗੀ, ਅਸੀਂ ਤੁਹਾਨੂੰ ਅਨੰਦਪੁਰ ਚੋਂ ਫੜ ਕੇ ਬਾਹਰ ਕੱਢ ਦਿਆਂਗੇ, ਦੁਸ਼ਟ ਕਹਿੰਦਾ ਹੈ। ਹਿਮਰਾਜਨ ਕੋ ਲਿਖਾ ਸੁਨਾਇਓ ਸਤਿਗੁਰ ਹਿਰਦੈ ਕਰੋਧ ਬਿਰਧਾਇਓ ਤੇ ਜਦੋਂ ਇਹ ਚਿੱਠੀ ਪੜ੍ਹ ਕੇ ਸੰਗਤਾਂ ਦੇ ਵਿੱਚ ਗੁਰੂ ਸਾਹਿਬ ਨੂੰ ਸੁਣਾਈ ਗਈ ਤੇ ਗੁਰੂ ਸਾਹਿਬ ਦੇ ਅੰਦਰ ਵੀ ਫਿਰ ਗੁੱਸਾ ਵੱਧ ਗਿਆ। ਉਤਰ ਲਿਖਵੇ ਸਬਨ ਸੁਨਾਵਣ ਧੋਨੀ ਉੱਚੀ ਪ੍ਰਭ ਕੀਨ ਬਣਾਵਣ ਔਰ ਸਤਿਗੁਰਾਂ ਨੇ ਫਿਰ ਉੱਤਰ ਕੀ ਲਿਖਿਆ ਦੋਹਰਾ। ਸ਼੍ਰੀ ਕਲੰਗੀ ਧਾਰ ਗਜ ਕੈ ਮੇਘ ਮਨਿੰਦ ਬਿਲੰਦ ਉਤਰ ਦਇਓ ਲਿਖਾਏ ਕਰ ਛੋਕ ਦੇਨ ਰਿਪ ਬ੍ਰੰਦ ਸਤਿਗੁਰਾਂ ਨੇ ਫਿਰ ਇਹਦਾ ਜਵਾਬ ਲਿਖਿਆ, ਆਪਾਂ ਕੱਲ ਨੂੰ ਸਰਵਣ ਕਰਾਂਗੇ ਪਾਤਸ਼ਾਹ ਕੀ ਜਵਾਬ ਦਿੰਦੀ ਹੈ ਭੀਮ ਚੰਦ ਨੂੰ। ਹੁਣ ਸਮਾਂ ਕੀਰਤਨ ਦਾ ਹੋ ਚੁੱਕਿਆ, ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦੇ ਆ ਅਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ, ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਹੇ ਅਚੁਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੈ ਸਰਬ ਮੈਂ ਪੰਜਨ ਗੁਣਤਾਸ ਹੇ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਟੇਕ ਹੇ ਗੋਬਿੰਦ ਹੈ ਗੁਣ ਨਿਧਾਨ ਆਕੈ ਸਦਾ ਵਿਵੇਕ ਹੇ ਅਪਰੰਪਰ ਹਰਿ ਹਰੇ ਹੈ ਪਿਓ ਹਾਰ ਹੇ ਸੰਤ ਕੈ ਸਦਾ ਸੰਗ ਉਦਾਰ ਹੇ ਠਾਕੁਰ ਹਾਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਹੋਈਐ ਪਰੋਏ ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਿਆਲ ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਏਕ ਓੰਕਾਰ ਸਤਿਗੁਰ ਏ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ। ਬਿਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ। ਬਿਨ ਬਿਨਾਸਨ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ।